In this beautiful platform of Burma Academy. So as you all know, अपनी नाम की ਜਿਹੜੀ ਕਲਾਸਿਸ ਸੀਗੀਆਂ ਉਹ ਕੰਪਲੀਟ ਹੋ ਚੁੱਕੀਆਂ ਹਨ। ਨਾਮ ਦਾ ਟੌਪਿਕ ਹੈ ਜਿਹੜਾ ਕਵਰ ਕਰ ਚੁੱਕੇ ਹਾਂ। ਅੱਜ ਦੀ ਜਿਹੜੀ ਆਪਣੀ ਕਲਾਸ ਹੋਏਗੀ ਜੀ ਉਹ ਹੈ ਜੀ ਪ੍ਰਨਾਉਨ ਦੇ ਉੱਤੇ। ਤਾਂ ਪ੍ਰਨਾਉਨ ਦੀ ਅੱਜ ਤੁਹਾਡੀ ਫਰਸਟ ਕਲਾਸ ਹੈ। ਤਾਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਪ੍ਰਨਾਉਨ ਦੇ ਬੇਸਿਕ ਕਨਸੈਪਟਸ। ਦੈਨ ਆਪਾਂ ਕੀ ਕਰਨਾ ਹੈ ਆਪਣੀ ਪ੍ਰੈਕਟਿਸ ਕੁਐਸਚਨ ਹੈ ਜਿਹੜੀ ਇੱਥੇ ਅਟੈਂਪਟ ਕਰਕੇ हाँ जी, तो आपने फर्स्ट क्लास है तो पहला ਆਪਾਂ डिस्कस करते हैं जे बेसिक कंसेप्ट तो पहला बेसिक तो स्टार्ट करते हैं दैट इज pronoun ਦੀ definition हाँ जी what is pronoun ਤਾਂ pronoun ਕੀ ਹੈ ਆਪਾਂ ਪੰਜਾਬੀ ਦੇ ਵਿੱਚ word ਯੂਜ਼ ਕਰਦੇ ਹਾਂ ਪੜਨਾ ਤਾਂ ਤੁਸੀਂ ਪੰਜਾਬੀ ਚ ਡੈਫੀਨੇਸ਼ਨ ਕੀ ਯੂਜ਼ ਕਰ ਦਿੰਦੇ ਹੋ ਜਿਹੜੇ ਸ਼ਬਦ ਆਪਾਂ ਨਾਮ ਦੀ ਥਾਂ ਤੇ ਯੂਜ਼ ਕਰਦੇ ਹਾਂ ਉਹਨਾਂ ਨੂੰ pronoun ਕਹਿ ਦਿੰਦੇ ਹਾਂ ਸਿਮਿਲਰਲੀ ਇੰਗਲਿਸ਼ ਦੇ ਵਿੱਚ ਵੀ ਤੁਹਾਡੇ ਕੋਲੇ ਵਰਡ ਹੈ pronoun ਤਾਂ pronoun ਦੀ ਤੁਸੀਂ ਡੈਫੀਨੇਸ਼ਨ ਲਿਖਣੀ ਹੋਵੇ ਤਾਂ ਸਿੰਪਲੀ ਇਹਨੂੰ ਕਿਹਾ ਜਾ ਸਕਦਾ ਹੈ word that replaces noun that replaces noun is called pronoun. For example, ਇੱਥੇ ਆਪਣੇ ਕੋਲ definition ਲਿਖੀ ਹੋਈ ਹੈ ਆਪਾਂ ਇੱਕ ਵਾਰ ਉਹਨੂੰ ਰੀਡ ਕਰਦੇ ਹਾਂ a word that is used in place of a noun or a phrase that contains a noun is called pronoun. ਮਤਲਬ ਜਿਹੜਾ ਆਪਾਂ ਕਿਸੇ ਨਾਉਨ ਦੀ ਥਾਂ ਦੇ ਉੱਤੇ ਕੋਈ ਸ਼ਬਦ ਵਰਤ ਲਿਆ ਜਾਂ ਫਿਰ ਕੋਈ ਨਾਉਨ ਵਾਲੀ ਫਰੇਜ਼ ਦੀ ਥਾਂ ਤੇ ਕੋਈ ਵਰਡ ਹੈ ਜਿਹੜਾ ਯੂਜ਼ ਕੀਤਾ ਉਹਨੂੰ ਆਪਾਂ ਕਹਾਂਗੇ ਜੀ pronoun. For example, ਆਪਾਂ ਯੂਜ਼ ਕਰਦੇ ਹਾਂ words he she it you I they ਤਾਂ ਇਹ ਸਾਰੇ ਕੀ ਨੇ ਆਪਣੇ ਕੋਲੇ pronoun ਨੇ ਹਾਂਜੀ ਤਾਂ ਆਪਾਂ one by one ਹੈ ਜਿਹੜਾ ਇਹਨਾਂ ਨੂੰ ਡਿਸਕਸ ਕਰਾਂਗੇ ਤਾਂ ਅਗਲਾ ਆਪਣਾ ਜਿਹੜਾ ਕਨਸੈਪਟ ਹੋ ਗਿਆ ਜੀ ਉਹ ਹੈ pronoun ਦੀਆਂ types what are types of pronoun ਤਾਂ noun ਪਰ ਜਿਵੇਂ ਆਪਾਂ noun ਦੀਆਂ types ਕੀਤੀਆਂ ਸੀਗੀਆਂ ਵੀ noun ਆਪਾਂ basically 5 types ਕੀਤੀਆਂ ਸੀਗੀਆਂ ਤਾਂ ਉਵੇਂ similarly ਆਪਣੇ ਕੋਲੇ pronoun ਦੀਆਂ ਵੀ types ਹੁੰਦੀਆਂ ਨੇ pronoun ਦੀਆਂ basic types ਕਿਹੜੀਆਂ ਜੀ personal pronoun second is reflexive or emphatic pronoun third is reciprocal pronoun and fourth is distributive pronoun ਹਾਂਜੀ ਅੱਗੇ ਹੈ ਇਹਦੇ ਕੋਲੇ ਆਪਣੇ ਕੋਲੇ ਇਹਦੀ ਅਗੇਨ ਇੱਕ ਟਾਈਪ ਹੈ that is demonstrative pronoun again indefinite pronoun and relative pronoun and the last is interrogative pronoun one by one ਆਪਾਂ ਇਹਨਾਂ ਨੂੰ ਡਿਸਕਸ ਕਰਨਾ ਹੈ ਹਾਂਜੀ ਫਰਸਟ ਹੈਗਾ ਆਪਣੇ ਕੋਲੇ personal pronoun as you can see the word personal ਤਾਂ ਇਹਦੇ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਪਰਸਨ ਦੇ ਜਿਹੜੇ ਆਪਾਂ ਨਾਮ ਦੀ ਥਾਂ ਤੇ ਕੋਈ ਵਰਡ ਯੂਜ਼ ਕਰਾਂਗੇ ਉਹਨਾਂ ਨੂੰ ਆਪਾਂ ਪਰਸਨਲ ਪ੍ਰਨਾਉਨ ਕਹਾਂਗੇ ਫॉर ਐਗਜ਼ਾਮਪਲ I we he she it or they ਇਹ ਸਾਰੇ ਕੀ ਨੇ ਆਪਣੇ ਕੋਲੇ ਪਰਸਨਲ ਪ੍ਰਨਾਉਨ ਪਰਸਨ ਦੇ ਨਾਮ ਦੀ ਥਾਂ ਤੇ ਆਪਾਂ ਜਿਹੜੇ ਵਰਡ ਯੂਜ਼ ਕਰਦੇ ਹਾਂ ਉਹਨਾਂ ਨੂੰ ਆਪਾਂ ਪਰਸਨਲ ਪ੍ਰਨਾਉਨ ਹੈ ਜਿਹੜਾ डिनोट करके कहते हैं कि पर्सनल pronoun सेकंड है कि अपने को रिफ्लेक्सिव pronoun और emphatic pronoun रिफ्लेक्सिव pronoun और emphatic pronoun थोड़ा सा डिफरेंस है रिफ्लेक्सिव pronoun बेसिकली आप उदो यूज कर लेते हैं जब अपने को सब्जेक्ट और ऑब्जेक्ट दोनों सेम ही हो सब्जेक्ट और ऑब्जेक्ट सेम ने तो ਤੁਸੀਂ ਰਿਫਲੈਕਸਿਵ ਪ੍ਰਨਾਉਨ ਯੂਜ਼ ਕਰਨਾ ਹੈ ਸਿਮਿਲਰਲੀ ਇੰਫੈਟਿਕ ਪ੍ਰਨਾਉਨ ਵੀ ਆਪਣੇ ਕੋਲ ਹੁੰਦੇ ਤਾਂ ਰਿਫਲੈਕਸਿਵ ਪ੍ਰਨਾਉਨ ਹੀ ਆ ਬਟ ਥੋੜਾ ਜਿਹਾ ਡਿਫਰੈਂਸ ਹੈ ਕਿ ਇੰਫੈਟਿਕ ਪ੍ਰਨਾਉਨ ਦਾ ਯੂਜ਼ ਆਪਾਂ ਉਦੋਂ ਕਰਦੇ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਜ਼ਿਆਦਾ ਐਮਫਸਾਈਜ਼ ਕਰਕੇ ਕਹਿਣਾ ਹੋਵੇ ਮਤਲਬ ਜ਼ੋਰ ਦੇ ਕੇ ਕਹਿਣਾ ਹੋਵੇ ਇਹਦੇ ਵਿੱਚ ਆਪਣੇ ਕੋਲੇ ਵਰਡ ਆ ਜਾਂਦੇ ਆ ਜਿਵੇਂ ਹਿਮਸੈਲਫ ਮਾਈਸੈਲਫ ਹਰਸੈਲਫ ਤਾਂ ਇਹ ਸਾਰੇ ਵਰਡ ਹੈ ਜਿਹੜੇ ਤੁਹਾਡੇ ਕਿਹਦੇ ਚ ਆ ਜਾਣਗੇ ਰਿਫਲੈਕਸਿਵ ਪ੍ਰੋਨਾਉਨ ਔਰ ਇੰਫੈਟਿਕ ਪ੍ਰੋਨਾਉਨ ਦੀ ਕੈਟਾਗਰੀ ਦੇ ਵਿੱਚ ਨੈਕਸਟ ਹੈ ਜੀ ਤੁਹਾਡੇ ਕੋਲੇ ਰੈਸੀਪ੍ਰੋਕਲ ਪ੍ਰੋਨਾਉਨ ਰੈਸੀਪ੍ਰੋਕਲ ਪ੍ਰੋਨਾਉਨ ਵਿੱਚ ਬੇਸਿਕਲੀ ਤੁਹਾਡੇ ਕੋਲੇ ਦੋ ਹੀ ਟਾਈਪ ਦੇ ਪ੍ਰੋਨਾਉਨ ਯੂਜ਼ ਕੀਤੇ ਜਾਣਗੇ ਦੈਟ ਇਜ਼ ਈਚ ਅਦਰ ਐਂਡ ਦ ਸੈਕੰਡ ਇਜ਼ ਵਨ ਅਨਦਰ ਈਚ ਅਦਰ ਦਾ ਯੂਜ਼ ਕਿੱਥੇ ਕਰਨਾ ਹੈ ਵਨ ਅਨਦਰ ਦਾ ਯੂਜ਼ ਕਿੱਥੇ ਕਰਨਾ ਹੈ ਆਪਾਂ ਜਦੋਂ ਪ੍ਰੋਨਾਉਨ ਡਿਸਕਸ ਕੀਤਾ ਨੈਕਸਟ ਆਪਣੇ ਕੋਲ ਫਰਦਰ ਟੌਪਿਕ ਆਉਣਗੇ ਉੱਥੇ ਆਪਾਂ ਡਿਸਕਸ ਕਰਾਂਗੇ ਇੱਕ ਵਾਰ ਇਹਨਾਂ ਨੂੰ ਬੇਸਿਕ ਦੇਖ ਲੈਂਦੇ ਆ ਤਾਂ ਈਚ ਅਦਰ ਦਾ ਯੂਜ਼ ਤੁਸੀਂ ਕਰੋਗੇ ਜਦੋਂ ਕਿਸੇ ਦੋ ਆਪਾਂ ਕਹਿ ਲਓ ਥਿੰਗਸ ਦੀ ਗੱਲ ਕੀਤੀ ਜਾ ਰਹੀ ਹੈ ਦੋ ਪਰਸਨਸ ਦੀ ਗੱਲ ਕੀਤੀ ਜਾ ਰਹੀ ਹੈ ਬੇਸਿਕਲੀ ਆਪਣੇ ਕੋਲੇ ਜਿਹੜਾ ਹੈਗਾ ਆਪਾਂ ਨੂੰ ਪਤਾ ਹੋਵੇ ਮੈਂਸ਼ਨ ਕੀਤਾ ਹੋਵੇ ਕਿ ਚੀਜ਼ਾਂ ਕਿਹੜੀਆਂ ਆਪਣੇ ਕੋਲੇ ਦੋ ਹੀ ਨੇ ਤਾਂ ਤੁਸੀਂ ਯੂਜ਼ ਕਰੋਗੇ ਜੀ ਈਚ ਅਦਰ ਦਾ ਸੈਕਿੰਡ ਆਪਣੇ ਕੋਲੇ ਵਨ ਅਨਦਰ ਹੈ ਜਦੋਂ ਆਪਣੇ ਕੋਲੇ ਮੋਰ ਦੈਨ ਟੂ more than two things कह लो ਜਾਂ ਕੋਈ ਪਰਸਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਯੂਜ਼ ਕਰੋਗੇ ਜੀ ਵਨ ਅਨਦਰ ਦਾ ਅੱਗੇ ਆਪਾਂ ਇਹਨਾਂ ਨਾਲ ਰਿਲੇਟਡ ਆ ਜਿਹੜੇ ਸੈਂਟੈਂਸ ਵੀ ਡਿਸਕਸ ਕਰਾਂਗੇ ਹਾਂਜੀ ਨੈਕਸਟ ਹੈ ਤੁਹਾਡੇ ਕੋਲੇ ਡਿਸਟ੍ਰੀਬਿਊਟਿਵ ਪ੍ਰਨਾਉਨ ਡਿਸਟ੍ਰੀਬਿਊਟਿਵ ਪ੍ਰਨਾਉਨ ਦੀ ਕੈਟਾਗਰੀ ਵਿੱਚ ਆਪਾਂ ਪੜ੍ਹਦੇ ਹਾਂ ਜੀ ਈਚ ਈਦਰ ਨੀਦਰ ਐਟਸੈਟਰਾ ਤਾਂ ਇਹ ਵਰਡ ਹੈ ਜਿਹੜੇ ਤੁਹਾਡੇ ਆ ਜਾਂਦੇ ਆ ਡਿਸਟ੍ਰੀਬਿਊਟਿਵ ਪ੍ਰਨਾਉਨ ਦੀ ਕੈਟਾਗਰੀ ਦੇ ਵਿੱਚ ਬੇਸਿਕਲੀ ਆਪਾਂ ਜਦੋਂ ਕਿਸੇ ਗਰੁੱਪ ਨੂੰ ਇੰਡੀਵਿਜੂਅਲੀ ਰੈਫਰ ਕਰਨ ਦੇ ਲਈ ਯੂਜ਼ ਕਰਨਾ ਹੋਵੇ ਤਾਂ ਆਪਾਂ ਡਿਸਟ੍ਰੀਬਿਊਟਿਵ ਪ੍ਰਨਾਉਨ ਹੈ ਜਿਹੜੇ ਯੂਜ਼ ਕਰਦੇ ਹਾਂ ਹਾਂਜੀ ਨੈਕਸਟ ਇਹਦੀਆਂ ਟਾਈਪਸ ਦੇ ਵਿੱਚ ਆਪਣੇ ਕੋਲ ਹੈ ਡੈਮੋਨਸਟ੍ਰੇਟਿਵ ਪ੍ਰਨਾਉਨ ਤਾਂ ਤੁਸੀਂ ਡੈਮੋਨਸਟ੍ਰੇਟਿਵ ਡਿਟਰਮੀਨਰਸ ਹੋਣੇ ਹੋਣਗੇ ਤਾਂ ਉਹਨਾਂ ਦਾ ਕੰਮ ਕੀ ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਦੱਸਣਾ ਹੋਵੇ ਵੀ ਕੋਈ ਨੇੜੇ ਪਈ ਹੈ ਦੂਰ ਪਈ ਹੈ ਤਾਂ ਉਹਦੇ ਵਾਸਤੇ ਕੋਈ ਵਰਡ ਯੂਜ਼ ਕਰ ਲੈਣੇ ਡੈਮੋਨਸਟ੍ਰੇਟਿਵ ਪ੍ਰਨਾਉਨ ਸਿਮਿਲਰਲੀ ਆਪਣੇ ਕੋਲ ਇੱਥੇ ਆ ਜਾਂਦੇ ਆ ਦਿਸ that these or
those। ਤਾਂ ਇਹਨਾਂ ਦਾ ਯੂਜ਼ ਆ ਜਿਹੜਾ ਆਪਾਂ ਡੈਮੋਨਸਟ੍ਰੇਟਿਵ ਪ੍ਰਨਾਉਨ ਦੀ ਕੈਟਾਗਰੀ ਦੇ ਅੰਡਰ ਕਰਦੇ ਆ। ਦਿਸ ਦਾ ਯੂਜ਼ ਕੀਤਾ ਜਾਂਦਾ ਜਦੋਂ ਕਿਸੇ ਇੱਕ ਚੀਜ਼ ਦੀ ਗੱਲ ਹੋ ਰਹੀ ਹੋਵੇ ਤੇ ਨੇੜੇ ਹੋਵੇ। ਦੈਟ ਦਾ ਯੂਜ਼ ਕੀਤਾ ਜਾਂਦਾ ਜਦੋਂ ਕਿਸੇ ਇੱਕ ਚੀਜ਼ ਦੀ ਗੱਲ ਹੋਵੇ ਤੇ ਉਹ ਪਈ ਹੋਵੇ ਆਪਣੇ ਕੋਲੇ ਦੂਰ। ਸਿਮਿਲਰਲੀ ਆਪਣੇ ਕੋਲੇ these ਦੇ ਦੋ ਵਰਡ ਨੇ। these ਦਾ ਯੂਜ਼ ਆਪਾਂ ਕਰਦੇ ਆ ਪਲੂਰਲ ਫਾਰਮ ਦੇ ਵਿੱਚ ਜਦੋਂ ਆਪਣੇ ਕੋਲੇ ਕੋਈ ਚੀਜ਼ਾਂ ਨੇੜੇ ਪਈਆਂ, ਤੇ those ਦਾ ਯੂਜ਼ ਕੀਤਾ ਜਾਂਦਾ ਪਲੂਰਲ ਫਾਰਮ ਵਿੱਚ ਜਦੋਂ ਚੀਜ਼ਾਂ ਆਪਣੇ ਕੋਲੇ ਦੂਰ ਪਈਆਂ। this that ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਐਂਡ these ਤੇ those ਦਾ ਯੂਜ਼ ਕਰਦੇ ਆਪਾਂ ਪਲੂਰਲ ਫਾਰਮ ਵਿੱਚ। ਹਾਂਜੀ, ਨੈਕਸਟ ਹੈ ਤੁਹਾਡੇ ਕੋਲੇ ਇਨਡੈਫੀਨਿਟ ਪ੍ਰਨਾਉਨ। ਇਹਦੇ ਵਿੱਚ ਆ ਜਾਂਦੇ ਆ ਤੁਹਾਡੇ ਕੋਲੇ ਵਰਡ both, all, none, one, somebody, anybody। ਤਾਂ ਇਹ ਆ ਜਿਹੜੇ ਤੁਹਾਡੇ ਆ ਜਾਂਦੇ ਆ ਜੀ ਇਨਡੈਫੀਨਿਟ ਪ੍ਰਨਾਉਨ ਦੀ ਕੈਟਾਗਰੀ ਦੇ ਵਿੱਚ। ਨੈਕਸਟ ਹੈ ਆਪਣੇ ਕੋਲੇ ਰਿਲੇਟਿਵ ਪ੍ਰਨਾਉਨ। ਬੇਸਿਕਲੀ ਇਹਦੇ ਵਿੱਚ ਆਪਾਂ ਡਿਸਕਸ ਕਰ ਦਿੰਦੇ ਆ who, whom, which, that। ਤਾਂ ਇਹ ਕੀ ਆ ਜਾਂਦੇ ਆ ਆਪਣੇ ਕੋਲੇ ਰਿਲੇਟਿਵ ਪ੍ਰਨਾਉਨ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਆ। who ਬੇਸਿਕਲੀ ਯੂਜ਼ ਕੀਤਾ ਜਾਂਦਾ ਫॉर ਸਬਜੈਕਟ ਐਂਡ whom ਦਾ ਯੂਜ਼ ਆਪਾਂ ਕਰ ਦਿੰਦੇ ਆ ਜੀ ਆਬਜੈਕਟ ਫਾਰਮ ਦੇ ਵਿੱਚ। which ਦਾ ਯੂਜ਼ ਆਪਾਂ ਸਬਜੈਕਟ ਤੇ ਆਬਜੈਕਟ ਦੋਨੋਂ ਫਾਰਮਸ ਦੇ ਵਿੱਚ ਯੂਜ਼ ਕਰ ਸਕਦੇ ਆ। ਤੇ that ਦਾ ਯੂਜ਼ ਹੈ ਜਿਹੜਾ ਇਹ ਆਪਾਂ ਦੇਖਾਂਗੇ ਵਨ ਬਾय ਵਨ ਜਦੋਂ ਆਪਾਂ ਸੈਂਟੈਂਸ ਡਿਸਕਸ ਕੀਤੇ ਵੀ ਆਪਾਂ ਕਿੱਥੇ ਇਹਦਾ ਯੂਜ਼ ਹੈ ਜਿਹੜਾ ਕਿਸ ਤਰੀਕੇ ਨਾਲ that। ਨੈਕਸਟ ਆਪਣੇ ਕੋਲੇ ਇੰਟਰੋਗੇਟਿਵ ਪ੍ਰਨਾਉਨ। ਇੰਟਰੋਗੇਟਿਵ ਪ੍ਰਨਾਉਨ ਬੇਸਿਕਲੀ ਤੁਹਾਨੂੰ ਇੰਟਰੋਗੇਟਿਵ ਕੁਐਸਚਨ ਤੋਂ ਪਤਾ ਲੱਗ ਗਿਆ ਹੋਊਗਾ ਵੀ ਇੰਟਰੋਗੇਟਿਵ ਦਾ ਮਤਲਬ ਹੁੰਦਾ ਜਿਹੜੀ ਚੀਜ਼ ਦੇ ਵਿੱਚ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਵੇ। ਤਾਂ ਹੁਣ ਕਿਹੜੇ ਕਿਹੜੇ ਵਰਡ ਆ ਜਿਹੜੇ ਤੁਹਾਡੇ ਤੋਂ ਕੁਐਸਚਨ ਪੁੱਛਣ ਲਈ ਯੂਜ਼ ਕੀਤੇ ਜਾਂਦੇ ਆ? ਤਾਂ ਹਾਂਜੀ, what, which, why, who, ਜਾਂ ਸਿਮਿਲਰਲੀ ਆਪਾਂ ਹੁਣ ਵਰਡ ਹੈ ਜਿਹੜਾ ਇੱਥੇ ਯੂਜ਼ ਕਰ ਲੈਂਦੇ ਹਾਂ। ਤਾਂ ਇਹ ਵਾਲੀ ਚੀਜ਼ਾਂ ਜਿਹੜੀ ਆਪਣੇ ਕੋਲ ਇੰਟਰੋਗੇਟਿਵ ਪ੍ਰਨਾਉਨ ਦੇ ਵਿੱਚ ਆ ਜਾਂਦੀਆਂ। ਹਾਂਜੀ, ਤਾਂ ਆਪਾਂ ਇਹਨਾਂ ਦੀਆਂ ਟਾਈਪਸ ਡਿਸਕਸ ਕਰ ਲਈਆਂ। ਪਰਸਨਲ ਪ੍ਰਨਾਉਨ ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ I, we, he, she, it, they, etc। ਇਹ ਵਾਲੇ ਵਰਡ ਆ ਜਿਹੜੇ ਤੁਹਾਡੇ ਪਰਸਨਲ ਪ੍ਰਨਾਉਨ ਚ ਆ ਜਾਂਦੇ ਆ। ਰਿਫਲੈਕਸਿਵ ਔਰ ਇੰਫੈਟਿਕ ਪ੍ਰਨਾਉਨ ਦੇ ਵਿੱਚ ਤੁਸੀਂ ਬੇਸਿਕਲੀ ਯੂਜ਼ ਕਰਦੇ ਹੋ ਹਿਮਸੈਲਫ, ਮਾਈਸੈਲਫ, ਹਰਸੈਲਫ, ਇਟਸੈਲਫ, ਦੈਮਸੈਲਫ ਇਹੋ ਜਿਹੇ ਵਰਡਸ ਨੂੰ। ਤਾਂ ਰਿਫਲੈਕਸਿਵ ਦੇ ਇੰਫੈਟਿਕ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਇਹ ਹੈ ਕਿ ਰਿਫਲੈਕਸਿਵ ਦਾ ਯੂਜ਼ ਕਰ ਲੈਂਦੇ ਜਦੋਂ ਤੁਸੀਂ ਸਬਜੈਕਟ ਤੇ ਆਬਜੈਕਟ ਦੋਨੋਂ ਸੇਮ ਜਿਹੜਾ ਹੈਗਾ ਡਿਨੋਟ ਕਰਨ ਦੇ ਲਈ ਯੂਜ਼ ਕਰਿਆ। ਤਾਂ ਸੈਕਿੰਡ ਆਪਣੇ ਕੋਲ ਐਮਫੈਟਿਕ ਪ੍ਰਨਾਉਨ। ਐਮਫੈਟਿਕ ਪ੍ਰਨਾਉਨ ਦਾ ਯੂਜ਼ ਬੇਸਿਕਲੀ ਕੀਤਾ ਜਾਂਦਾ ਜਦੋਂ ਆਪਾਂ ਕਿਸੇ ਚੀਜ਼ ਦੇ ਉੱਤੇ ਜ਼ੋਰ ਦੇ ਕੇ ਕੋਈ ਕੰਮ ਕਰਨ ਨੂੰ ਜਿਹੜਾ ਕਹਿ ਰਹੇ ਹਾਂ। ਥਰਡ ਆਪਣੇ ਕੋਲ ਰੈਸੀਪ੍ਰੋਕਲ ਪ੍ਰਨਾਉਨ। ਰੈਸੀਪ੍ਰੋਕਲ ਦਾ ਮੀਨਿੰਗ ਹੁੰਦਾ ਜਦੋਂ ਆਪਾਂ ਕੋਈ ਕੰਮ ਹੈ ਜਿਹੜਾ ਇੱਕ ਦੂਜੇ ਨਾਲ ਫॉर ਐਗਜ਼ਾਮਪਲ ਹੈਲਪ ਕਰਨਾ ਹੈ ਨਾ, ਤਾਂ ਹੈਲਪ ਕੀ ਇੱਕ ਰੈਸੀਪ੍ਰੋਕਲ ਵਾਲਾ ਹੀ ਕੰਮ ਆ ਗਿਆ। ਤਾਂ ਆਪਾਂ ਇੱਕ ਦੂਜੇ ਦੀ ਹੈਲਪ ਕਰਦੇ ਆ ਤਾਂ ਉੱਥੇ ਆਪਣੇ ਕੋਲ ਜਿਹੜਾ ਰੈਸੀਪ੍ਰੋਕਲ ਪ੍ਰਨਾਉਨ ਦੇ ਯੂਜ਼ ਕੀਤਾ ਜਾਂਦਾ। ਜਿਵੇਂ ਈਚ ਅਦਰ ਤੇ ਵਨ ਅਨਦਰ ਜਿਹੜਾ ਆਪਾਂ ਡਿਸਕਸ ਕਰਦੇ ਆ। ਈਚ ਅਦਰ ਦਾ ਯੂਜ਼ ਕੀਤਾ ਜਾਂਦਾ ਫॉर ਟੂ ਥਿੰਗਸ ਐਂਡ ਵਨ ਅਨਦਰ ਦਾ ਯੂਜ਼ ਕੀਤਾ ਜਾਂਦਾ ਜਦੋਂ ਦੋ ਤੋਂ ਜ਼ਿਆਦਾ ਜਦੋਂ ਕੋਲੇ ਯੂਜ਼ ਦੇ ਵਿੱਚ ਕੀਤਾ ਜਾਂਦਾ। ਅੱਗੇ ਆਪਣੇ ਕੋਲੇ ਡਿਸਟ੍ਰੀਬਿਊਟਿਵ ਪ੍ਰਨਾਉਨ। ਡਿਸਟ੍ਰੀਬਿਊਟਿਵ ਦੇ ਵਿੱਚ ਆਪਾਂ ਪੜਾਂਗੇ ਈਚ, ਈਦਰ, ਨੀਦਰ ਇਹਨਾਂ ਦਾ ਯੂਜ਼ ਜਦੋਂ ਗਰੁੱਪ ਨੂੰ ਆਪਾਂ ਇੰਡੀਵਿਜੂਅਲੀ ਰੈਫਰ ਕਰਨਾ ਹੋਵੇ ਤਾਂ ਬੇਸਿਕਲੀ ਡਿਸਟ੍ਰੀਬਿਊਟਿਵ ਪ੍ਰਨਾਉਨ ਦਾ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਸੀ ਜੀ ਆਪਣੇ ਕੋਲੇ ਡੈਮੋਨਸਟ੍ਰੇਟਿਵ ਪ੍ਰਨਾਉਨ। ਡੈਮੋਨਸਟ੍ਰੇਟਿਵ ਪ੍ਰਨਾਉਨ ਦੇ ਵਿੱਚ ਆਪਣੇ ਕੋਲੇ ਬੇਸਿਕਲੀ ਆਪਾਂ ਸਟੱਡੀ ਕਰਦੇ ਹਾਂ ਦਿਸ, ਦੈਟ, ਥੀਸ, ਦੋਸ ਇਹਨਾਂ ਪ੍ਰਨਾਉਨ ਦੀ। ਅੱਗੇ ਇੰਡੈਫੀਨਿਟ ਪ੍ਰਨਾਉਨ। ਇੰਡੈਫੀਨਿਟ ਪ੍ਰਨਾਉਨ ਦੇ ਵਿੱਚ ਆਪਾਂ ਜਿਹੜੇ ਵਰਡ ਆਪਣੇ ਕੋਲੇ ਜਿਵੇਂ both, all, none, one, somebody, anybody ਤਾਂ ਇਹਨਾਂ ਦਾ ਯੂਜ਼ ਹੈ ਜਿਹੜਾ ਆਪਾਂ ਇੰਡੈਫੀਨਿਟ ਪ੍ਰਨਾਉਨ ਦੀ ਕੈਟਾਗਰੀ ਦੇ ਅੰਦਰ ਜਿਹੜਾ ਡਿਸਕਸ ਕਰਾਂਗੇ। ਨੈਕਸਟ ਹੈ ਜੀ ਰਿਲੇਟਿਵ ਪ੍ਰਨਾਉਨ। ਰਿਲੇਟਿਵ ਪ੍ਰਨਾਉਨ ਬੇਸਿਕਲੀ ਯੂਜ਼ ਕੀਤੇ ਜਾਂਦੇ ਆਪਣੇ ਕੋਲੇ who, whom, which ਤੇ that। ਤੇ who ਦਾ ਯੂਜ਼ ਆਪਾਂ ਸਬਜੈਕਟ ਫਾਰਮ ਵਿੱਚ ਕਰਾਂਗੇ, whom ਦਾ ਯੂਜ਼ ਆਪਾਂ ਆਬਜੈਕਟ ਫਾਰਮ ਵਿੱਚ ਕਰਾਂਗੇ, which ਦਾ ਯੂਜ਼ ਐਜ਼ ਅ ਸਬਜੈਕਟ ਔਰ ਆਬਜੈਕਟ ਦੋਨੋਂ ਫਾਰਮ ਦੇ ਵਿੱਚ ਕੀਤਾ ਜਾਂਦਾ ਹੈ। that ਦਾ ਯੂਜ਼ ਹੈ ਜਿਹੜੇ that ਦੇ ਬਹੁਤ ਸਾਰੇ ਯੂਜ਼ ਕੀਤੇ ਜਾਂਦੇ ਆ ਤੇ ਉਹ ਆਪਾਂ ਵਨ ਬਾਏ ਵਨ ਜਿਹੜਾ ਆਪਣੇ ਸੈਂਟੈਂਸਸ ਦੇ ਨਾਲ ਡਿਸਕਸ ਕਰਨਾ ਹੈ। ਹਾਂਜੀ, ਨੈਕਸਟ ਹੈ ਤੁਹਾਡੇ ਕੋਲ ਇੰਟਰੋਗੇਟਿਵ ਪ੍ਰਨਾਉਨ। ਜਦੋਂ ਆਪਾਂ ਕਿਸੇ ਨੂੰ ਕੁਐਸਚਨ ਵਗੈਰਾ ਪੁੱਛਦੇ ਹਾਂ ਤਾਂ ਕਿਹੜੇ ਵਰਡ ਆ ਜਿਹੜੇ ਆਪਾਂ ਯੂਜ਼ ਕਰਦੇ ਹਾਂ ਐਜ਼ ਅ ਪ੍ਰਨਾਉਨ, ਤਾਂ ਉਹਨਾਂ ਦੇ ਵਿੱਚ ਆਪਣੇ ਕੋਲੇ ਇੰਟਰੋਗੇਟਿਵ ਪ੍ਰਨਾਉਨ ਆ ਜਾਣਗੇ ਜਿਵੇਂ what, which, why, who, whom। ਤਾਂ ਇਹ ਕੀ ਆ ਜਾਂਦੇ ਆਪਣੇ ਕੋਲੇ ਇੰਟਰੋਗੇਟਿਵ ਪ੍ਰਨਾਉਨ ਆ ਜਿਹੜੇ ਉਹ ਹੋ ਜਾਂਦੇ ਆ। ਹਾਂਜੀ, ਇਹ ਸੀ ਇਹਨਾਂ ਦੀਆਂ ਬੇਸਿਕ ਟਾਈਪਸ, ਪ੍ਰਨਾਉਨ ਦੀਆਂ ਬੇਸਿਕ ਟਾਈਪਸ। ਤੇ ਤੁਹਾਨੂੰ ਟਾਈਪਸ ਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਸਿੰਪਲ ਯਾਦ ਕੀ ਕਰਨਾ ਕਿਹੜੇ ਕਿਹੜੇ ਵਰਡ ਆਪਣੇ ਕੋਲੇ ਪ੍ਰਨਾਉਨ ਦੀ ਕੈਟਾਗਰੀ ਦੇ ਵਿੱਚ ਆਉਂਦੇ। ਫॉर ਐਗਜ਼ਾਮਪਲ ਤੁਹਾਨੂੰ ਕਿਸੇ ਨੇ ਕਹਿਤਾ ਆਈ ਐਮ ਡੂਇੰਗ ਮਾਈ ਵਰਕ, ਤਾਂ ਤੁਸੀਂ ਦੱਸੋ ਇੱਥੇ ਕੀ ਆਪਣੇ ਕੋਲੇ ਪ੍ਰਨਾਉਨ ਕਿਹੜਾ ਹੈ? ਤੁਸੀਂ ਦੱਸੋਗੇ ਆਈ ਵਰਡ ਹੈ ਜਿਹੜਾ ਪ੍ਰਨਾਉਨ ਹੈ। ਤਾਂ ਹੁਣ ਇੱਥੇ ਆਈ ਹੈ ਜਿਹੜਾ ਪ੍ਰਨਾਉਨ ਕਿਉਂ ਹੋਇਆ? ਕਿਉਂਕਿ ਤੁਸੀਂ ਇੱਥੇ ਨਾਮ ਦੀ ਥਾਂ ਤੇ ਆਈ ਵਰਡ ਹੈ ਜਿਹੜਾ ਯੂਜ਼ ਕੀਤਾ ਹੈ। ਸਿਮਿਲਰਲੀ ਤੁਹਾਡੇ ਤੋਂ ਕੋਈ ਸੈਂਟੈਂਸ ਪੁੱਛਿਆ ਜਾਂਦਾ ਤਾਂ ਤੁਹਾਨੂੰ ਪ੍ਰਨਾਉਨ ਆਇਡੈਂਟੀਫਾਈ ਕਰਨ ਦੇ ਲਈ ਕਹਤਾ ਤਾਂ ਤੁਸੀਂ ਇਹਨਾਂ ਵਰਡਸ ਜਿਹੜਾ ਯਾਦ ਰੱਖਣਾ ਵੀ ਇਹ ਵਾਲੇ ਵਰਡ ਹੈ ਜਿਹੜੇ ਤੁਹਾਡੇ ਪ੍ਰਨਾਉਨ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਆ। ਹਾਂਜੀ, ਨੈਕਸਟ ਆਪਾਂ ਡਿਸਕਸ ਕਰਾਂਗੇ ਵਨ ਬਾਏ ਵਨ ਇਹਨਾਂ ਦੀਆਂ ਟਾਈਪਸ। ਜਿਵੇਂ ਆਪਣੇ ਕੋਲੇ ਫਰਸਟ ਟਾਈਪ ਕਿਹੜੀ ਕੀਤੀ ਆਪਾਂ? ਪਰਸਨਲ ਪ੍ਰਨਾਉਨ ਕੀਤੀ ਆ। ਪਰਸਨਲ ਪ੍ਰਨਾਉਨ ਤੁਹਾਨੂੰ ਪਹਿਲੇ ਹੀ ਦੱਸਤਾ ਜਦੋਂ ਆਪਾਂ ਪਰਸਨ ਦੇ ਨਾਮ ਦੀ ਥਾਂ ਤੇ ਕੋਈ ਵਰਡ ਯੂਜ਼ ਕਰਦੇ ਹਾਂ ਤਾਂ ਉੱਥੇ ਆਪਣੇ ਕੋਲੇ ਆ ਜਾਂਦਾ ਜੀ ਪਰਸਨਲ ਪ੍ਰਨਾਉਨ। ਤਾਂ ਇਹ ਦੋ ਟਾਈਪ ਦੇ ਹੁੰਦੇ ਆ, ਵਨ ਇਜ਼ ਨੋਮੀਨੇਟਿਵ ਪ੍ਰਨਾਉਨ ਐਂਡ ਦ ਸੈਕੰਡ ਇਜ਼ ਆਬਜੈਕਟਿਵ ਪ੍ਰਨਾਉਨ। ਤਾਂ ਹੁਣ ਡਿਫਰੈਂਸ ਕੀ ਆ? ਆਪਾਂ ਆਪਣੇ ਕੋਲੇ ਬੇਸਿਕਲੀ ਸਟਰਕਚਰ ਕੀ ਹੁੰਦੀ ਹੈ ਆਪਣੇ ਸੈਂਟੈਂਸ ਦੀ? ਹਾਂਜੀ, ਤਾਂ ਆਪਣੇ ਕੋਲ ਇੱਕ ਸੈਂਟੈਂਸ ਹੈ, ਫॉर ਐਗਜ਼ਾਮਪਲ ਕੋਈ ਵੀ ਸੈਂਟੈਂਸ ਹੈ ਤਾਂ ਉਹਦੀ ਸਟਰਕਚਰ ਕੀ ਹੋਏਗੀ? ਪਹਿਲਾਂ ਆਪਣੇ ਕੋਲ ਸਬਜੈਕਟ ਹੁੰਦਾ ਹੈ, ਇਸ ਤੋਂ ਬਾਅਦ ਆਪਾਂ ਬੇਸਿਕ ਉਹਦੀ verb ਆ ਜਿਹੜੀ ਆਪਾਂ ਯੂਜ਼ ਕਰ ਲੈਂਦੇ ਹਾਂ। then we use
ऑब्जेक्ट आई चीज है ਜਿਹੜੀ ਆਪਣੇ ਕੋਲ ਬੇਸਿਕ ਸਟਰਕਚਰ ਹੁੰਦੀ ਹੈ ਕਿਹੜੀ ਸੈਂਟੈਂਸ ਦੀ ਉਹ ਇਹ ਹੁੰਦੀ ਹੈ ਤਾਂ ਜਿਹੜਾ ਸਬਜੈਕਟ ਦੀ ਥਾਂ ਦੇ ਲਈ ਯੂਜ਼ ਕੀਤਾ ਜਾਣ ਵਾਲਾ ਪ੍ਰਨਾਮ ਹੋਊਗਾ ਜਿਹੜਾ ਪ੍ਰਨਾਮ ਆਪਾਂ ਸਬਜੈਕਟ ਦੀ ਥਾਂ ਦੇ ਉੱਤੇ ਯੂਜ਼ ਕਰਾਂਗੇ ਤਾਂ ਉਹਨੂੰ ਕਹਿੰਦੇ ਆ ਜੀ ਨੋਮੀਨੇਟਿਵ ਪ੍ਰਨਾਮ ਨੋਮੀਨੇਟਿਵ ਪ੍ਰਨਾਮ ਮਤਲਬ ਕਿਸੇ ਦੇ ਨੇਮ ਦੀ ਥਾਂ ਤੇ ਨੇਮ ਹੈ ਜਿਹੜਾ ਉਹ ਸਬਜੈਕਟ ਹੀ ਹੁੰਦਾ ਹੈ ਤਾਂ ਸਬਜੈਕਟ ਦੀ ਥਾਂ ਤੇ ਯੂਜ਼ ਕੀਤਾ ਜਾਣ ਵਾਲਾ ਜਾਂ ਨੋਮੀਨੇਟਿਵ ਪ੍ਰਨਾਮ ਕਹਿ ਸਕਦੇ ਹੋ ਤੁਸੀਂ ਤਾਂ ਆਪਾਂ ਜਿਹੜਾ ਹੈਗਾ ਨੋਮੀਨੇਟਿਵ ਪ੍ਰਨਾਮ ਦੀ ਕੈਟਾਗਰੀ 'ਚ ਦੇਖਾਂਗੇ ਅੱਗੇ ਆਪਣੇ ਕੋਲੇ ਜਿਹੜਾ ਵਰਡ ਤੁਸੀਂ ਆਬਜੈਕਟ ਦੀ ਥਾਂ ਤੇ ਯੂਜ਼ ਕਰੋਗੇ ਉਹਨੂੰ ਕਹਿ ਦਿੰਦੇ ਆ ਜੀ ਆਬਜੈਕਟਿਵ ਪ੍ਰਨਾਮ ਆਬਜੈਕਟਿਵ ਪ੍ਰਨਾਮ ਤੇ ਡਿਫਰੈਂਸ ਕੀ ਹੈ ਤੁਸੀਂ ਕਿੱਥੋਂ ਜਿਹੜਾ ਪਤਾ ਕਰਨਾ ਵੀ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਸਬਜੈਕਟ ਫਾਰਮ ਦੇ ਵਿੱਚ ਯੂਜ਼ ਹੋਊ ਜਾਂ ਕਿਹੜਾ ਵਰਡ ਹੈ ਤੁਹਾਡਾ ਆਬਜੈਕਟ ਫਾਰਮ ਦੇ ਵਿੱਚ ਯੂਜ਼ ਹੋਊ ਉਹ ਤੁਸੀਂ ਚੈੱਕ ਕਰੋਗੇ ਜੀ ਬੇਸਿਕ ਇੱਕ ਵਾਰ ਸਟਰਕਚਰ ਦੇਖਿਓ ਤਾਂ ਜਿਹੜੇ ਵਰਬ ਤੋਂ ਪਹਿਲਾਂ ਵਾਲੇ ਵਰਡ ਹੁੰਦੇ ਉਹ ਆਪਣੇ ਸਬਜੈਕਟ ਹੁੰਦੇ ਆ ਵਰਬ ਤੋਂ ਬਾਅਦ ਵਾਲੇ ਵਰਡ ਹੁੰਦੇ ਆ ਜਿਹੜੇ ਉਹ ਆਪਾਂ ਆਬਜੈਕਟ ਕੈਟਾਗਰੀ 'ਚ ਲੈ ਲੈਂਦੇ ਆ ਤੇ ਵਰਬ ਤੋਂ ਪਹਿਲਾਂ ਵਾਲੇ ਵਰਡ ਜਿਹੜੇ ਹੋਣਗੇ ਤੁਹਾਡੇ ਨੋਮੀਨੇਟਿਵ ਪ੍ਰਨਾਮ ਹੋਣਗੇ ਤੇ ਵਰਬ ਤੋਂ ਬਾਅਦ ਵਾਲੇ ਜਿਹੜੇ ਹੋਣਗੇ ਉਹ ਆਬਜੈਕਟਿਵ ਪ੍ਰਨਾਮ ਹੋਣਗੇ ਹੁਣ ਨੋਮੀਨੇਟਿਵ ਪ੍ਰਨਾਮ ਕਿਹੜੇ ਆ ਤੇ ਆਬਜੈਕਟਿਵ ਪ੍ਰਨਾਮ ਕਿਹੜੇ ਆ ਲੈਟ ਅਸ ਡਿਸਕਸ ਹਾਂਜੀ ਤਾਂ ਦੇਖੋ ਨੋਮੀਨੇਟਿਵ ਪ੍ਰਨਾਮ ਦੇ ਵਿੱਚ ਆ ਜਾਂਦਾ ਆਪਣੇ ਕੋਲੇ ਹੀ she it I we they you ਤਾਂ ਇਹ ਕੀ ਨੇ ਤੁਹਾਡੇ ਸਾਰੇ ਨੋਮੀਨੇਟਿਵ ਪ੍ਰਨਾਉਨ ਨੇ ਤਾਂ ਤੁਸੀਂ ਯੂਜ਼ ਕਰੋਗੇ ਇਹਨਾਂ ਦਾ ਸੈਂਟੈਂਸ ਦੇ ਵਿੱਚ ਐਜ਼ ਅ ਸਬਜੈਕਟ ਅੱਗੇ ਤੁਹਾਡੇ ਕੋਲੇ ਆਬਜੈਕਟਿਵ ਪ੍ਰਨਾਉਨ ਜਿਨ੍ਹਾਂ ਦਾ ਯੂਜ਼ ਤੁਸੀਂ ਐਜ਼ ਐਨ ਆਬਜੈਕਟ ਹੈ ਜਿਹੜਾ ਸੈਂਟੈਂਸ ਦੇ ਵਿੱਚ ਯੂਜ਼ ਕਰਨਾ ਹੈ ਤਾਂ ਹੀ ਸੀਗਾ ਆਪਣੇ ਕੋਲੇ ਨੋਮੀਨੇਟਿਵ ਜੇ ਆਬਜੈਕਟ ਫਾਰਮ ਦੇ ਵਿੱਚ ਯੂਜ਼ ਕਰਨਾ ਤਾਂ ਤੁਸੀਂ ਯੂਜ਼ ਕਰੋਗੇ ਹਿਮ ਦਾ she ਆਪਣੇ ਕੋਲੇ ਨੋਮੀਨੇਟਿਵ ਪ੍ਰਨਾਉਨ ਹੈ ਆਬਜੈਕਟ ਫਾਰਮ ਹੈ ਇਹਦੀ ਜੀ ਹਰ ਇਟ ਦੇ ਵਾਸਤੇ ਆਪਾਂ ਇਟ ਦਾ ਹੀ ਯੂਜ਼ ਕਰਦੇ ਹਾਂ ਨੋਮੀਨੇਟਿਵ ਕੇਸ ਦੇ ਵਿੱਚ ਵੀ ਤੇ ਆਪਣੇ ਕੋਲੇ ਆਬਜੈਕਟਿਵ ਕੇਸ ਦੇ ਵਿੱਚ ਵੀ ਆਪਾਂ ਇਟ ਹੀ ਯੂਜ਼ ਕਰਦੇ ਹਾਂ ਆਪਣੇ ਕੋਲੇ ਅੱਗੇ ਆਈ ਦਾ ਆਪਾਂ ਯੂਜ਼ ਕਰਦੇ ਹਾਂ ਨੋਮੀਨੇਟਿਵ ਕੇਸ ਦੇ ਵਿੱਚ ਐਂਡ ਆਬਜੈਕਟਿਵ ਕੇਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਜੀ ਮੀ ਦਾ ਨੈਕਸਟ ਹੈ ਵੀ ਦਾ ਯੂਜ਼ ਆਪਾਂ ਕਰਦੇ ਹਾਂ ਨੋਮੀਨੇਟਿਵ ਕੇਸ ਦੇ ਵਿੱਚ ਤੇ ਅਗੇਨ ਆਪਾਂ ਆਬਜੈਕਟਿਵ ਕੇਸ ਵਿੱਚ ਯੂਜ਼ ਕਰਨਾ ਹੋਵੇ ਤਾਂ ਆਪਾਂ ਯੂਜ਼ ਕਰਾਂਗੇ ਜੀ ਅਸ ਦਾ ਅੱਗੇ ਆਪਣੇ ਕੋਲੇ ਦੇ ਨੋਮੀਨੇਟਿਵ ਪ੍ਰਨਾਉਨ ਹੈ ਅਗੇਨ ਆਪਣੇ ਕੋਲੇ ਆਬਜੈਕਟਿਵ ਫਾਰਮ ਹੈ ਜੀ them ਯੂ ਅਗੇਨ ਨੋਮੀਨੇਟਿਵ ਪ੍ਰਨਾਉਨ ਹੈ ਤੇ ਇਹਦੀ ਵੀ ਆਬਜੈਕਟਿਵ ਫਾਰਮ ਹੈ ਜਿਹੜੀ ਆਪਣੇ ਕੋਲੇ ਹੋਇਆ ਜੀ ਯੂ ਤਾਂ ਹੁਣ ਅੱਗੇ ਯੂ ਦਾ ਆਪਾਂ ਥੋੜਾ ਜਿਹਾ ਕਨਸੈਪਟ ਆ ਕੇ ਡਿਸਕਸ ਕਰਾਂਗੇ ਕਿ ਯੂ ਦਾ ਯੂਜ਼ ਯੂ ਹੀ ਕੀਤਾ ਜਾਂਦਾ ਆਬਜੈਕਟਿਵ ਫਾਰਮ ਦੇ ਵਿੱਚ ਵੀ ਬਟ ਇੱਕ ਐਕਸੈਪਸ਼ਨਲ ਕੇਸ ਹੈ ਜਿਹੜਾ ਕਿ ਆਪਾਂ ਕੁਐਸਚਨ ਦੇ ਵਿੱਚ ਡਿਸਕਸ ਕਰਨਾ ਹੈ ਹਾਂਜੀ ਅੱਗੇ ਆਪਣੇ ਕੋਲੇ ਆ ਜਾਂਦੇ ਹੈਗੇ ਪਰਸਨ ਫॉर एग्जांपल ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਪੜ੍ਹਦੇ ਹੁੰਦੇ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ ਸਿਮਿਲਰਲੀ ਇੰਗਲਿਸ਼ ਦੇ ਵਿੱਚ ਵੀ ਇਹੀ ਪੁਰਖ ਹੁੰਦੇ ਆ ਸਿੰਗੂਲਰ ਫਾਰਮ ਦੇ ਵਿੱਚ ਇਹਨਾਂ ਨੂੰ ਯੂਜ਼ ਕਰਾਂਗੇ ਜਾਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਾਂਗੇ ਹੁਣ ਫਰਸਟ ਪਰਸਨ ਕਿਹੜਾ ਹੋਊਗਾ ਸੈਕੰਡ ਕਿਹੜਾ ਹੋਊਗਾ ਤੇ ਥਰਡ ਕਿਹੜਾ ਹੋਊਗਾ ਤਾਂ ਜਿਵੇਂ ਆਪਾਂ ਯੂਜ਼ ਕਰਦੇ ਆ ਆਈ ਦਾ ਆਈ ਕੀ ਤੁਹਾਡਾ ਫਰਸਟ ਪਰਸਨ ਹੈ ਤੇ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਮਤਲਬ ਇਹ ਇੱਕ ਜਣੇ ਦੇ ਲਈ ਅੱਗੇ ਜੇ ਆਈ ਨੂੰ ਆਪਾਂ ਦੇਖਣਾ ਹੋਵੇ ਫਰਸਟ ਪਰਸਨ ਹੋਵੇ ਤੇ ਬਟ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਨਾ ਹੋਵੇ ਤਾਂ ਤੁਸੀਂ ਯੂਜ਼ ਕਰਦੇ ਹੋ ਜੀ ਵੀ ਦਾ ਜਿਵੇਂ ਆਪਾਂ ਅਸੀਂ ਵਰਡ ਯੂਜ਼ ਕਰਦੇ ਆ ਇੱਧਰ ਆਪਣੇ ਕੋਲ ਆ ਜਾਂਦਾ ਮੈਂ ਤੇ ਅਸੀਂ ਕਿਉਂਕਿ ਸੈਕੰਡ ਪਰਸਨ ਦੇ ਵਿੱਚ ਤੁਸੀਂ ਯਾਦ ਕਰਨ ਨੂੰ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਆਪ ਕਹਿੰਦੇ ਹੋ ਮੁਸ਼ਕਲ ਨਹੀਂ ਆਣੀ ਕਿਉਂਕਿ ਆਪਣੇ ਕੋਲ ਇੱਕੋ ਹੀ ਵਰਡ ਹੈ ਜਿਹੜਾ ਸੈਕੰਡ ਪਰਸਨ ਦੀ ਕੈਟਾਗਰੀ ਚ ਆਉਂਦਾ ਬ੍ਰੈਕਟ ਜਿਹਨੂੰ ਸਿੰਗੂਲਰ ਫਾਰਮ ਦੇ ਵਿੱਚ ਵੀ ਯੂ ਕਰਦੇ ਹਾਂ ਜੀ ਆਪਾਂ ਯੂ ਪਲੂਰਲ ਫਾਰਮ ਦੇ ਵਿੱਚ ਵੀ ਆਪਣੇ ਕੋਲ ਯੂ ਵਰਡ ਹੀ ਹੈ ਜਿਹੜਾ ਯੂਜ਼ ਕੀਤਾ ਜਾਂਦਾ ਤੇ ਇਹ ਸੈਕੰਡ ਪਰਸਨ ਥਰਡ ਪਰਸਨ ਦੇ ਵਿੱਚ ਆਪਣੇ ਕੋਲ ਆ ਜਾਂਦਾ ਜੀ ਹੀ she or it ਪ੍ਰਨਾਉਨ ਕੈਟਾਗਰੀ ਦੇਖ ਰਹੇ ਹਾਂ ਤਾਂ ਥਰਡ ਪਰਸਨ ਦੇ ਵਿੱਚ ਆਪਣੇ ਕੋਲੇ he she or it ਦਾ ਯੂਜ਼ ਹੁੰਦਾ ਹੈ ਤੇ ਇਸੇ ਦੀ ਜੇ ਆਪਾਂ ਪਲੂਰਲ ਫਾਰਮ ਨੂੰ ਯੂਜ਼ ਕਰਨਾ ਹੋਵੇ ਮਤਲਬ ਥਰਡ ਪਰਸਨ ਬਟ ਪਲੂਰਲ ਹੋਵੇ ਤਾਂ ਤੁਸੀਂ ਯੂਜ਼ ਕਰਦੇ ਹੋ ਜੀ they ਦਾ ਸਿਮਿਲਰਲੀ ਕਈ ਵਾਰ ਆਪਣੇ ਕੋਲੇ ਕੀ ਹੁੰਦਾ ਸੈਂਟੈਂਸ ਦੇ ਵਿੱਚ ਤਿੰਨ ਚਾਰ ਪ੍ਰਨਾਉਨ ਦਿੱਤੇ ਹੋਏ ਉਹਨੂੰ ਕਿਸੇ ਪਰਸਨ ਦਾ ਨਾਮ ਆ ਗਿਆ ਤਾਂ ਉਹਨੂੰ ਵੀ ਆਪਾਂ ਥਰਡ ਪਰਸਨ ਦੀ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਿਵੇਂ ਮੈਂ ਇੱਥੇ ਲਿਖਦਾ ਰੋਹਿਤ ਮੋਹਨ ਤਾਂ ਹੁਣ ਆਪਣੇ ਕੋਲੇ ਸੈਂਟੈਂਸ ਹੈ ਉਹਦੇ ਵਿੱਚ ਆਪਣੇ ਕੋਲੇ ਪ੍ਰਨਾਉਨ ਤਾਂ ਦਿੱਤੇ ਹੋਏ ਆ ਨੇ ਨਾਲ ਆਪਣੇ ਕੋਲੇ ਕੀ ਆ ਗਿਆ ਕਿਸੇ ਨਾ ਕਿਸੇ ਪਰਸਨ ਦਾ ਨੇਮ ਆ ਗਿਆ ਮਤਲਬ ਉਹ ਪ੍ਰਨਾਉਨ ਤਾਂ ਨਹੀਂ ਹੋਇਆ ਪ੍ਰਨਾਉਨ ਤਾਂ ਆਪਾਂ ਨਾਮ ਦੇ ਯੂਜ਼ ਕੀਤੇ ਬਟ ਇਹ ਕੀ ਨੇ ਆਪਣੇ ਕੋਲੇ ਨਾਉਨ ਯੂਜ਼ ਹੋ ਗਏ ਨੇਮ ਹੀ ਯੂਜ਼ ਹੋ ਗਏ ਤਾਂ ਤੁਸੀਂ ਇਹਨਾਂ ਨੂੰ ਥਰਡ ਪਰਸਨ ਦੀ ਕੈਟਾਗਰੀ ਦੇ ਵਿੱਚ ਹੀ ਜਿਹੜਾ ਡਿਸਕਸ ਕਰਨਾ ਹਾਂਜੀ ਹੁਣ ਆਪਾਂ ਇੱਥੇ ਸਿੰਗੂਲਰ ਪਲੂਰਲ ਫਾਰਮ ਹੈ ਜਿਹੜੀਆਂ ਡਿਸਕਸ ਕਰ ਰਹੇ ਹਾਂ ਵੀ ਫਰਸਟ ਪਰਸਨ ਲਈ ਆਪਾਂ ਕੀ ਯੂਜ਼ ਕਰਨਾ ਹੈ ਸੈਕੰਡ ਲਈ ਕੀ ਕਰਨਾ ਹੈ ਤੇ ਥਰਡ ਦੇ ਲਈ ਆਪਾਂ ਕਿਹੜਾ ਜਿਹੜਾ ਹੈਗਾ ਆਪਣੇ ਕੋਲੇ ਵਰਡ ਹੈ ਡਿਸਕਸ ਕੀਤੇ ਵੀ ਉਹ ਯੂਜ਼ ਹੋਣਗੇ ਹਾਂਜੀ ਹੁਣ ਆਪਾਂ ਨੂੰ ਇਹ ਵਾਲੀ ਚੀਜ਼ ਕਰਨ ਦਾ ਅੱਗੇ ਆਪਣੇ ਕੋਲੇ ਯੂਜ਼ ਹੈ ਕੀ ਹੈ ਆਓ ਆਪਾਂ ਦੇਖਾਂਗੇ ਆਰਡਰ ਆਫ ਪ੍ਰਨਾਉਨ ਦੇ ਵਿੱਚ ਹੁਣ ਪ੍ਰਨਾਉਨਸ ਜਿਹੜੇ ਆਪਾਂ ਯੂਜ਼ ਕਰਦੇ ਹਾਂ ਸੈਂਟੈਂਸ ਦੇ ਵਿੱਚ ਉਹਨਾਂ ਦਾ ਇੱਕ ਆਰਡਰ ਹੁੰਦਾ ਹੈ ਇੱਕ ਸਪੈਸੀਫਿਕ ਆਰਡਰ ਹੈ ਜਿਹੜਾ ਉਹਨੂੰ ਫੋਲੋ ਕਰਦੇ ਆ ਉਹਨੂੰ ਕਿਹੜੀ ਚੀਜ਼ ਤੇ ਡਿਪੈਂਡ ਕਰੂਗਾ ਉਹ ਡਿਪੈਂਡ ਕਰਦਾ ਜੀ ਤੁਹਾਡੇ ਸੈਂਟੈਂਸ ਦੇ ਉੱਤੇ ਸੈਂਟੈਂਸ ਤੇ ਕਿਵੇਂ ਡਿਪੈਂਡ ਕਰੂਗਾ ਤੁਸੀਂ ਬੇਸਿਕਲੀ ਚੈੱਕ ਕਰਨਾ ਹੁੰਦਾ ਹੈ ਆਪਾਂ ਇੱਕ ਵਾਰ ਇਹਦੀ ਰੀਡਿੰਗ ਲੈਣੀ ਹੈ ਡਿਪੈਂਡਸ ਔਨ ਦਾ ਸੈਂਟੈਂਸ ਵੈਦਰ ਇਟ ਇਜ਼ ਐਨ ਐਕੁਜ਼ੇਸ਼ਨ ਮਤਲਬ ਕਿਸੇ ਦੇ ਉੱਤੇ ਕੋਈ ਆਰੋਪ ਲਾਇਆ ਜਾ ਰਿਹਾ ਹੈ ਕਲੇਮ ਨੈਗੇਟਿਵ ਸਟੇਟਮੈਂਟ ਔਰ ਪ੍ਰੇਜ਼ ਜਨਰਲ ਔਰ ਪੋਜ਼ਿਟਿਵ ਸਟੇਟਮੈਂਟ ਤੇ ਤੁਸੀਂ ਚੈੱਕ ਕਰੋਗੇ ਆਰਡਰ ਆਫ ਪ੍ਰਨਾਉਨ ਇਹ ਕਿਹਦੇ ਤੇ ਡਿਪੈਂਡ ਕਰੂਗਾ ਆਰਡਰ ਤੁਹਾਡੇ ਤੇ ਸੈਂਟੈਂਸ ਦੇ ਉੱਤੇ ਡਿਪੈਂਡ ਕਰੂਗਾ ਕਿ ਸੈਂਟੈਂਸ ਆਪਣੇ ਕੋਲੇ ਕੋਈ ਪੋਜ਼ਿਟਿਵ ਸਟੇਟਮੈਂਟ ਹੈ ਨੈਗੇਟਿਵ ਸਟੇਟਮੈਂਟ ਹੈ ਜਾਂ ਫਿਰ ਤੁਸੀਂ ਚੈੱਕ ਕਰੋਗੇ ਕੋਈ ਐਕੁਜ਼ੇਸ਼ਨ ਬਲੇਮ ਔਰ ਨੈਗੇਟਿਵ ਸਟੇਟਮੈਂਟ ਇਹ ਸਾਰੇ ਵਰਡ ਆਪਣੇ ਕੋਲੇ ਨੈਗੇਟਿਵ ਨੇ ਕਿਸੇ ਦੀ ਪ੍ਰੇਜ਼ ਹੋ ਰਹੀ ਹੈ ਕੋਈ ਜਨਰਲ ਸਟੇਟਮੈਂਟ ਹੈ ਜਾਂ ਫਿਰ ਇਹ ਵਾਲਾ ਆਪਣੇ ਕੋਲੇ ਆ ਜਾਂਦਾ ਹੈ ਪੋਜ਼ਿਟਿਵ ਸਟੇਟਮੈਂਟ ਦੇ ਵਿੱਚ ਤਾਂ ਤੁਸੀਂ ਸਿੰਪਲੀ ਚੈੱਕ ਕੀ ਕਰਨਾ ਹੈ ਹਾਂਜੀ ਇਹ ਵਾਲੀ ਸਟੇਟਮੈਂਟ ਰਹਿਣ ਦਿਓ ਤਾਂ ਤੁਸੀਂ ਸਿੰਪਲ ਦੇਖੋਗੇ ਕਿ ਇੱਕ ਸੈਂਟੈਂਸ ਤੁਹਾਨੂੰ ਸੈਂਟੈਂਸ ਦਿੱਤਾ ਹੋਇਆ
ਤੁਸੀਂ ਚੈੱਕ ਕਰੋਗੇ ਕਿ ਸੈਂਟੈਂਸ ਪॉजिटिव है ਜਾਂ ਫਿਰ ਆਪਣਾ ਨੈਗੇਟਿਵ ਹੈ। ਸੈਂਟੈਂਸ ਪॉजिटिव है ਜਾਂ ਫਿਰ ਨੈਗੇਟਿਵ ਹੈ। ਹੁਣ ਪॉजिटिव ਨੈਗੇਟਿਵ ਦੇ ਵਿੱਚ ਆਪਾਂ ਨੂੰ ਡਿਫਰੈਂਸ ਪਤਾ ਹੁੰਦਾ। ਪॉजिटिव ਮਤਲਬ ਕੋਈ ਜਨਰਲ ਦੀ ਗੱਲ ਕੀਤੀ ਜਾ ਰਹੀ ਹੈ, ਜਿਵੇਂ ਆਪਾਂ ਕਹਿ ਲੈਂਦੇ ਆ ਆਈ ਐਮ ਪਲੇਇੰਗ, ਤਾਂ ਇਹ ਇੱਕ ਜਨਰਲ ਸਟੇਟਮੈਂਟ ਹੈ। ਔਰ ਇੱਕ ਆਪਾਂ ਕਹਿ ਸਕਦੇ ਸਿੰਪਲ ਇਹ ਪॉजिटिव ਸਟੇਟਮੈਂਟ ਹੈ। ਆਈ ਐਮ ਨਾਟ ਪਲੇਇੰਗ ਦਾ ਕਿ ਅਗਰ ਆਪਣੇ ਕੋਲ ਨੈਗੇਟਿਵ ਆ, ਕਿਤੋਂ ਪਤਾ ਲੱਗਿਆ ਆਪਣੇ ਕੋਲ ਨਾਟ ਜੋੜੀ ਯੂਜ਼ ਹੋ ਗਿਆ। ਤਾਂ ਆਪਾਂ ਪॉजिटिव ਤੇ ਨੈਗੇਟਿਵ ਸੈਂਟੈਂਸ ਆ ਜਿਹੜਾ ਈਜ਼ੀਲੀ ਹੈ ਜਿਹੜਾ ਆਇਡੈਂਟੀਫਾਈ ਕਰ ਸਕਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਕਿਹੜਾ ਸੈਂਟੈਂਸ ਪॉजिटिव ਹੈ ਤੇ ਕਿਹੜਾ ਸੈਂਟੈਂਸ ਨੈਗੇਟਿਵ ਹੈ। ਉਹ ਚੀਜ਼ ਆਪਾਂ ਨੂੰ ਪੜ੍ਹ ਕੇ ਪਤਾ ਲੱਗ ਜਾਂਦੀ ਹੈ। ਤਾਂ ਤੁਸੀਂ ਚੈੱਕ ਕਰੋਗੇ ਪਹਿਲਾਂ ਤਾਂ ਵੀ ਸੈਂਟੈਂਸ ਕੀ ਹੈ, ਪॉजिटिव ਹੈ ਜਾਂ ਫਿਰ ਨੈਗੇਟਿਵ ਹੈ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਉਹਨਾਂ ਦਾ ਆਰਡਰ ਪ੍ਰੋਨਾਂਸ ਦਾ ਆਰਡਰ ਹੈ ਜਿਹੜਾ ਉਹ ਕੀ ਹੋਏਗਾ। ਹੁਣ ਚੈੱਕ ਕਰਦੇ ਆਪਾਂ ਆਰਡਰ। ਹਾਂਜੀ, ਤਾਂ ਤੁਹਾਨੂੰ ਕੀ ਦਿੱਤੀ ਹੋਈ ਹੈ ਉੱਪਰਲੇ ਪਾਸੇ ਇੱਕ ਸਟੇਟਮੈਂਟ ਲਿਖੀ ਹੋਈ, ਜਿਵੇਂ ਕਿਵੇਂ ਕਿਹਾ ਹੋਇਆ ਐਪਰੀਸੀਏਸ਼ਨ, ਜਨਰਲ ਸਟੇਟਮੈਂਟ ਔਰ ਪॉजिटिव ਸਟੇਟਮੈਂਟ, ਮਤਲਬ ਕਿਸੇ ਦੀ ਕੋਈ ਪ੍ਰੇਜ਼ ਕੀਤੀ ਜਾ ਰਹੀ ਹੈ ਦੈਟ ਇਜ਼ ਪॉजिटिव ਹੋ ਗਿਆ। ਜਨਰਲ ਸਟੇਟਮੈਂਟ ਹੋ ਗਿਆ ਉਹ ਪॉजिटिव ਦੇ ਵਿੱਚ ਕਾਊਂਟ ਕਰਨੀ ਹੈ। ਨੈਕਸਟ ਆਪਣੇ ਕੋਲ ਲਿਖਿਆ ਹੋਇਆ ਕਿ ਕੋਈ ਪॉजिटिव ਸਟੇਟਮੈਂਟ ਹੈ, ਤਾਂ ਤੁਹਾਡੇ ਕੋਲੇ ਜਿਹੜਾ ਪ੍ਰੋਨਾਉਨ ਹੋਣਗੇ ਉਹਨਾਂ ਦਾ ਆਰਡਰ ਕੀ ਹੋਏਗਾ। ਹਾਂਜੀ, ਤਾਂ ਆਰਡਰ ਸਿੰਗੂਲਰ ਤੇ ਪਲੂਰਲ ਦੋ ਕੇਸ ਹੁੰਦੇ ਆ, ਇੱਕ ਸਿੰਗੂਲਰ ਕੇਸ ਹੁੰਦਾ ਇੱਕ ਹੁੰਦਾ ਪਲੂਰਲ ਕੇਸ। ਜੇ ਸਿੰਗੂਲਰ ਹੈ ਤਾਂ ਤੁਸੀਂ ਆਰਡਰ ਫੋਲੋ ਕਰਨਾ ਹੈ 2 3 1 2 3 1। ਫॉर एग्जांपल ਜਿਵੇਂ ਸੈਕੰਡ ਪਰਸਨ, 2 ਦਾ ਮਤਲਬ ਹੈ ਸੈਕੰਡ ਪਰਸਨ, 2 ਸੈਕੰਡ ਪਰਸਨ ਦੇ ਵਿੱਚ ਆਪਣੇ ਕੋਲ ਆਪਾਂ ਵਰਡ ਯੂਜ਼ ਕੀਤਾ ਹੈ ਯੂ ਦਾ। ਥਰਡ ਪਰਸਨ ਦੈਟ ਇਜ਼ ਹੀ ਸ਼ੀ ਇਟ, ਵੈਸੇ ਤਾਂ ਦੇ ਵੀ ਸੀ ਬਟ ਇੱਥੇ ਕੀ ਆਪਾਂ ਕਰ ਰਹੇ ਹਾਂ ਆਪਾਂ ਸਿੰਗੂਲਰ ਪ੍ਰੋਨਾਉਨ ਡਿਸਕਸ ਕਰ ਰਹੇ ਹਾਂ। ਸੋ ਹੀ ਸ਼ੀ ਇਟ, ਤੇ ਲਾਸਟ ਆਪਣਾ ਹੈਗਾ ਫਰਸਟ ਪਰਸਨ ਦੈਟ ਇਜ਼ ਆਈ, ਸਿੰਗੂਲਰ ਫਾਰਮ ਹੈ ਸੋ ਆਈ ਯੂਜ਼ ਕੀਤਾ। ਕਲੀਅਰ ਹੈ। ਹਾਂਜੀ, ਤਾਂ ਆਪਾਂ ਦੇਖਾਂਗੇ ਪॉजिटिव ਸਟੇਟਮੈਂਟ ਹੈ। ਅਗੇਨ ਆਪਾਂ ਦੇਖਾਂਗੇ ਕਿ ਉਹਦੇ ਵਿੱਚ ਯੂਜ਼ ਕੀਤੇ ਹੋਏ ਪ੍ਰੋਨਾਉਨ ਆਪਣੇ ਕੋਲੇ ਸਿੰਗੂਲਰ ਫਾਰਮ ਦੇ ਵਿੱਚ ਹੈ ਜਾਂ ਪਲੂਰਲ ਫਾਰਮ ਦੇ ਵਿੱਚ ਹੈ। ਜੇ ਸਿੰਗੂਲਰ ਫਾਰਮ ਦੇ ਵਿੱਚ ਹੋਏ ਤਾਂ ਆਪਣਾ ਆਰਡਰ ਹੈ 2 3 1, ਸੈਕੰਡ ਪਰਸਨ ਦੈਨ ਥਰਡ ਪਰਸਨ ਐਂਡ ਲਾਸਟ ਫਰਸਟ ਪਰਸਨ ਹੈ ਜਿਹੜਾ ਆਪਾਂ ਯੂਜ਼ ਕਰਨਾ ਹੈ। ਹਾਂਜੀ, ਅੱਗੇ ਹੈਗਾ ਆਪਣੇ ਕੋਲੇ ਜੇ ਆਪਾਂ ਸਟੇਟਮੈਂਟ ਦੇਖੀ ਪॉजिटिव ਸਟੇਟਮੈਂਟ ਹੈ, ਅੱਗੇ ਉਹਨਾਂ ਦਾ ਜਿਹੜਾ ਆਰਡਰ ਹੈ ਪ੍ਰੋਨਾਉਂਸ ਦਾ ਆਰਡਰ ਹੈ ਉਹ ਪਲੂਰਲ ਫਾਰਮ ਦੇ ਵਿੱਚ ਹੈ। ਤਾਂ ਤੁਸੀਂ ਚੈੱਕ ਕਰੋਗੇ ਆਰਡਰ ਹੋਊਗਾ ਤੁਹਾਡਾ 1 2 3, ਪਹਿਲਾ ਫਰਸਟ ਪਰਸਨ ਫਿਰ ਸੈਕੰਡ ਪਰਸਨ ਤੇ ਲਾਸਟ ਦੇ ਉੱਤੇ ਤੁਹਾਡਾ ਥਰਡ ਪਰਸਨ। ਜਿਵੇਂ ਆਪਣੇ ਕੋਲ ਫਰਸਟ ਪਰਸਨ ਦੇ ਵਿੱਚ ਪਲੂਰਲ ਫਾਰਮ ਆਪਾਂ ਡਿਸਕਸ ਕੀਤੀ ਆਈ ਦੀ ਵੀ, ਸੈਕੰਡ ਪਰਸਨ ਦੇ ਵਿੱਚ ਆਪਣੇ ਕੋਲ ਯੂ ਵਰਡ ਸੀ ਤੇ ਥਰਡ ਪਰਸਨ ਦੇ ਵਿੱਚ ਪਲੂਰਲ ਫਾਰਮ ਸੀ ਆਪਣੀ ਤੇ, ਤਾਂ ਆਪਣੇ ਕੋਲ ਆਰਡਰ ਕੀ ਹੋ ਜਾਏਗਾ 1 2 ਐਂਡ 3 ਵੀ ਯੂ ਔਰ ਦੇ। ਹਾਂਜੀ, ਤਾਂ ਐਸੇ ਵੀ ਆਪਾਂ ਇੱਕ ਵਾਰ ਇੱਧਰ ਡਿਸਕਸ ਕਰਦੇ ਹਾਂ। ਆਪਾਂ ਸੈਂਟੈਂਸ ਸਭ ਤੋਂ ਪਹਿਲਾਂ ਚੈੱਕ ਕੀਤਾ। ਆਪਣਾ ਪਹਿਲਾ ਕੰਮ ਹੈ ਸੈਂਟੈਂਸ ਨੂੰ ਚੈੱਕ ਕਰਨਾ ਆਰਡਰ ਆਫ ਪ੍ਰੋਨਾਉਨ ਦੇ ਵਿੱਚ। ਜਦੋਂ ਵੀ ਆਰਡਰ ਦੇਖਣਾ ਹੋਇਆ ਪ੍ਰੋਨਾਉਂਸ ਦਾ, ਆਰਡਰ ਦੇਖਣਾ ਪ੍ਰੋਨਾउन ਦਾ, ਸਭ ਤੋਂ ਪਹਿਲੀ ਚੀਜ਼ ਹੈ ਆਪਾਂ ਚੈੱਕ ਕਰਾਂਗੇ ਕਿ ਦਿੱਤੀ ਹੋਈ ਸਟੇਟਮੈਂਟ ਜਿਹੜੀ ਵੀ ਆਪਾਂ ਨੂੰ ਸਟੇਟਮੈਂਟ ਹੈ ਉਹ ਪॉजिटिव ਹੈ ਜਾਂ ਫਿਰ ਨੈਗੇਟਿਵ ਹੈ। ਜੇ ਸਟੇਟਮੈਂਟ ਪॉजिटिव ਹੋਗੀ ਤਾਂ ਆਪਣੇ ਕੋਲੇ ਬਣ ਗਏ ਅੱਗੇ ਦੋ ਕੇਸ। ਸਟੇਟਮੈਂਟ ਪॉजिटिव ਹੈ, ਉਹਦੇ ਵਿੱਚ ਯੂਜ਼ ਕੀਤੇ ਹੋਏ ਆਪਣੇ ਕੋਲੇ ਪ੍ਰੋਨਾउन ਸਿੰਗੂਲਰ ਫਾਰਮ ਦੇ ਵਿੱਚ ਕੀਤੇ ਹੋਏ ਆ ਜਾਂ ਫਿਰ ਆਪਣੇ ਕੋਲੇ ਪਲੂਰਲ ਫਾਰਮ ਵਿੱਚ ਕੀਤੇ ਹੋਏ। ਜੇ ਆਪਣੇ ਕੋਲੇ ਜਿਹੜੇ ਪ੍ਰੋਨਾउन ਨੇ ਉਹ ਸਿੰਗੂਲਰ ਫਾਰਮ ਵਿੱਚ ਯੂਜ਼ ਕੀਤੇ ਹੋਏ ਤਾਂ ਆਪਣਾ ਆਰਡਰ ਕੀ ਹੈ ਜੀ 2 3 1। ਐਂਡ ਜੇ ਪਲੂਰਲ ਫਾਰਮ ਦੇ ਵਿੱਚ ਹੈ ਤਾਂ ਆਪਣਾ ਆਰਡਰ ਕੀ ਹੋ ਜਾਏਗਾ 1 2 ਔਰ 3। ਇਹ ਤਾਂ ਸੀਗਾ ਪॉजिटिव ਸਟੇਟਮੈਂਟ ਦੇ ਵਿੱਚ ਜਦੋਂ ਆਪਣੇ ਕੋਲੇ ਕੇਸ ਕੀ ਹੈ ਪॉजिटिव ਸਟੇਟਮੈਂਟ ਦਾ। ਬਟ ਜੇ ਆਪਣੇ ਕੋਲੇ ਕੇਸ ਹੋਵੇ ਨੈਗੇਟਿਵ ਸਟੇਟਮੈਂਟ ਦਾ ਤਾਂ ਫਿਰ ਆਪਾਂ ਕੀ ਦੇਖਾਂਗੇ ਅਗੇਨ ਆਪਾਂ ਚੈੱਕ ਤਾਂ ਉਹ ਚੀਜ਼ ਕਰਨੀ ਕਿ ਆਪਣੇ ਕੋਲੇ ਦਿੱਤੇ ਹੋਏ ਪ੍ਰੋਨਾउन ਸਿੰਗੂਲਰ ਫਾਰਮ ਦੇ ਵਿੱਚ ਹੈ ਜਾਂ ਫਿਰ ਪਲੂਰਲ ਫਾਰਮ ਦੇ ਵਿੱਚ ਹੈ। ਅੱਗੇ ਇਹਨਾਂ ਦਾ ਆਰਡਰ ਕੀ ਹੋਏਗਾ, ਜੇ ਤਾਂ ਆਪਣੇ ਕੋਲੇ ਸਿੰਗੂਲਰ ਹੈ ਅਗੇਨ ਆਪਣੇ ਕੋਲੇ ਆਰਡਰ ਹੋਏਗਾ 1 2 3, ਮਤਲਬ ਫਰਸਟ ਪਰਸਨ ਸੈਕੰਡ ਪਰਸਨ ਔਰ ਥਰਡ ਪਰਸਨ। ਜੇ ਪਲੂਰਲ ਨੇ ਤਾਂ ਵੀ ਆਪਣੇ ਕੋਲੇ ਆਰਡਰ ਕੀ ਹੋਏਗਾ 1 2 ਔਰ 3। ਤਾਂ ਇੱਕ ਚੀਜ਼ ਹੀ ਹੈ ਜਿਹੜੀ ਆਪਣੇ ਕੋਲੇ ਡਿਫਰੈਂਟ ਹੈ ਦੈਟ ਇਜ਼ पॉजिटिव स्टेटमेंट और सिंगुलर प्रोनाउंस। ਤਾਂ ਉੱਥੇ ਆਪਣੇ ਕੋਲੇ ਆਰਡਰ 2 3 1 ਹੋਏਗਾ। ਅਦਰਵਾਈਜ਼ ਸਾਰੇ ਕੇਸਿਸ ਦੇ ਵਿੱਚ ਆਰਡਰ ਕੀ ਹੈ ਤੁਹਾਡੇ ਕੋਲੇ 1 2 3 1 2 3 ਔਰ 1 2 3 ਹੀ ਹੈ ਜਿਹੜਾ ਆਪਾਂ ਰੱਖਣਾ ਹੈ। ਆਪਾਂ ਇੱਕ ਵਾਰ ਇੱਥੇ ਵੀ ਦੇਖ ਲਾਂਗੇ। ਹਾਂਜੀ, ਤਾਂ ਦੇਖੋ ਆਪਣੇ ਕੋਲੇ ਜਦੋਂ ਸਟੇਟਮੈਂਟ ਨੈਗੇਟਿਵ ਹੋਵੇ ਪॉजिटिव ਸਟੇਟਮੈਂਟ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਆਰਡਰ ਸਿੰਗੂਲਰ ਪ੍ਰੋਨਾउन ਨੇ ਤਾਂ 2 3 1 ਹੋਏਗਾ, ਪਲੂਰਲ ਪ੍ਰੋਨਾउन ਨੇ ਤਾਂ ਆਪਾਂ 1 2 3 ਦੇਖਣਾ ਹੈ। ਬਟ ਜੇ ਆਪਣੇ ਕੋਲੇ ਸਟੇਟਮੈਂਟ ਨੈਗੇਟਿਵ ਹੋਵੇ ਤਾਂ ਨੈਗੇਟਿਵ ਸਟੇਟਮੈਂਟ ਦੇ ਕੇਸ ਦੇ ਵਿੱਚ ਆਪਣੇ ਕੋਲੇ ਆਪਾਂ ਅਗੇਨ ਚੈੱਕ ਕਰਾਂਗੇ ਆਰਡਰ। ਤਾਂ ਆਰਡਰ ਦੇ ਵਿੱਚ ਦੇਖਾਂਗੇ ਪਹਿਲਾਂ ਪ੍ਰੋਨਾउन ਕੀ ਨੇ ਆਪਣੇ ਕੋਲੇ ਸਿੰਗੂਲਰ ਨੇ ਜਾਂ ਪਲੂਰਲ ਨੇ। ਜੇ ਸਿੰਗੂਲਰ ਹੁੰਦੇ ਆ ਤਾਂ ਆਰਡਰ ਕੀ ਹੈ 1 2 ਔਰ 3। ਪਹਿਲਾ ਫਰਸਟ ਪਰਸਨ ਸਿੰਗੂਲਰ ਫਾਰਮ ਦੈਟ ਇਜ਼ ਆਈ, ਸੈਕੰਡ ਪਰਸਨ ਸਿੰਗੂਲਰ ਫਾਰਮ ਦੈਟ ਇਜ਼ ਯੂ ਐਂਡ ਥਰਡ ਪਰਸਨ ਸਿੰਗੂਲਰ ਫਾਰਮ ਦੈਟ ਇਜ਼ ਹੀ ਸ਼ੀ ਔਰ ਇਟ। ਅੱਗੇ ਇਹਦੀ ਆਪਣੇ ਕੋਲੇ ਅਗੇਨ ਆਰਡਰ ਚੈੱਕ ਕਰਾਂਗੇ ਜਦੋਂ ਆਪਣੇ ਕੋਲੇ ਸਟੇਟਮੈਂਟ ਨੈਗੇਟਿਵ ਹੋਈ ਪਲੂਰਲ ਪ੍ਰੋਨਾउंस ਹੋਏ ਦੈਟ ਇਜ਼ ਫਰਸਟ ਪਰਸਨ ਸੈਕੰਡ ਪਰਸਨ ਐਂਡ ਥਰਡ ਪਰਸਨ ਹੈ ਜਿਹੜਾ ਆਪਣੇ ਕੋਲੇ ਆਰਡਰ ਰਹੇਗਾ। ਫਰਸਟ ਪਰਸਨ ਆਪਾਂ ਡਿਸਕਸ ਕੀਤਾ ਪਲੂਰਲ ਫਾਰਮ हुई, second person plural form you and third person plural form is they। ਤਾਂ ਆਰਡਰ ਹੈ ਆਪਣੇ ਕੋਲੇ 1 2 3 1 2 3 ਔਰ 1 2 3 ਜੇਕਰ ਆਪਣੇ ਕੋਲੇ ਸਟੇਟਮੈਂਟ ਨੈਗੇਟਿਵ ਹੈ ਔਰ ਪॉजिटिव ਕੇਸ ਦੇ ਵਿੱਚ ਜੇ ਸਟੇਟਮੈਂਟ ਆਪਣੇ ਕੋਲੇ ਪਲੂਰਲ ਫਾਰਮ ਵਿੱਚ ਹੈ। ਹਾਂਜੀ, ਤਾਂ ਅੱਗੇ ਆਪਾਂ ਦੇਖਦੇ ਹਾਂ ਇਹਨਾਂ ਨਾਲ ਰਿਲੇਟਡ ਕੁਝ ਕੁਐਸਚਨ। ਲੈਟ ਅਸ ਡਿਸਕਸ ਫਰਸਟ ਕੁਐਸਚਨ। ਚੈੱਕ ਕਰੋ ਜੀ। ਆਪਾਂ ਅਗੇਨ ਤੁਹਾਡੇ ਕੋਲੇ ਚਾਰ ਪਾਰਟ ਨੇ A ਪਾਰਟ B ਪਾਰਟ C ਪਾਰਟ ਔਰ D ਪਾਰਟ। ਤੁਸੀਂ ਚੈੱਕ ਕਰਨਾ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਤਾਂ ਆਪਾਂ ਦੇਖਦੇ ਹਾਂ।
ਹਾਂਜੀ, ਫਰਸਟ ਕੁਐਸਚਨ, I, you and she went to see the ਤਾਜ ਮਹਿਲ। ਤਾਂ ਤੁਹਾਨੂੰ ਕੀ ਚੀਜ਼ ਦੱਸੀ ਸੀ ਕਿ ਪ੍ਰਨਾਉਨ ਜਦੋਂ ਆਪਾਂ ਚੈੱਕ ਕਰਨੇ ਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਏਗਾ ਆਰਡਰ। ਤਾਂ ਆਰਡਰ ਚੈੱਕ ਕਰਨ ਦੇ ਵਾਸਤੇ ਤੁਸੀਂ ਤੁਹਾਨੂੰ ਇੱਕ ਪਹਿਲਾ ਸਟੇਟਮੈਂਟ ਆਪਾਂ ਕੀ ਚੈੱਕ ਕਰਨੀ ਹੈ ਕਿ ਦਿੱਤੀ ਹੋਈ ਸਟੇਟਮੈਂਟ ਆਪਣੇ ਕੋਲ ਕੀ ਹੈ, ਪੋਜ਼ਿਟਿਵ ਹੈ ਜਾਂ ਫਿਰ ਨੈਗੇਟਿਵ ਹੈ। ਫਿਰ ਸੈਕਿੰਡ ਆਪਾਂ ਚੀਜ਼ ਕੀ ਚੈੱਕ ਕਰਨੀ ਹੈ ਕਿ ਉਹਦੇ ਵਿੱਚ ਜਿਹੜੇ ਦਿੱਤੇ ਹੋਏ ਪ੍ਰਨਾਉਨ ਆ ਉਹ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤੇ ਹੋਏ ਜਾਂ ਫਿਰ ਪਲੂਰਲ ਪ੍ਰਨਾਉਨ ਹੈ ਜਿਹੜੇ ਆਪਾਂ ਯੂਜ਼ ਕੀਤੇ ਆ। ਤੇ ਇਹਦੇ ਬਾਅਦ 'ਚ ਆਪਾਂ ਕੀ ਕਰਨਾ, ਉਹਨਾਂ ਨੂੰ ਆਰਡਰ ਦੇ ਵਿੱਚ ਲਾ ਦੇਣਾ ਜਿਹੜੇ ਆਪਾਂ ਰੂਲ ਕੀਤੇ ਆ ਵੀ 2 3 1 ਆਰਡਰ ਹੋਏਗਾ ਜਾਂ ਫਿਰ 1 2 3 ਆਰਡਰ। ਹਾਂਜੀ, ਤਾਂ ਸਭ ਤੋਂ ਪਹਿਲਾਂ ਚੈੱਕ ਕਰੋ ਕਿ ਸਟੇਟਮੈਂਟ ਪੋਜ਼ਿਟਿਵ ਹੈ ਜਾਂ ਨੈਗੇਟਿਵ। I, you and she went to see the ਤਾਜ ਮਹਿਲ। ਤਾਂ ਇਹ ਕੀ ਇੱਕ ਪੋਜ਼ਿਟਿਵ ਸਟੇਟਮੈਂਟ ਹੈ ਔਰ ਯੂ ਕੈਨ ਸੇ ਇੱਕ ਜਨਰਲ ਸਟੇਟਮੈਂਟ ਹੈ ਜਿਹੜੀ ਆਪਾਂ ਇੱਥੇ ਲਿਖੀ ਹੋਈ ਹੈ। ਹਾਂਜੀ, ਤਾਂ ਇਸ ਤੋਂ ਬਾਅਦ ਆਪਣੇ ਕੋਲ ਸਟੇਟਮੈਂਟ ਪੋਜ਼ਿਟਿਵ ਹੋ ਗਈ। ਅੱਗੇ ਚੈੱਕ ਕਰਨੇ ਆ ਆਪਾਂ ਪ੍ਰਨਾਉਨ ਕਿਹੜੇ ਨੇ, ਸਿੰਗੂਲਰ ਫਾਰਮ 'ਚ ਯੂਜ਼ ਹੋਇਆ ਜਾਂ ਪਲੂਰਲ 'ਚ। I, you and she ਮਤਲਬ ਕੀ ਹੋ ਗਿਆ ਆਪਣੇ ਕੋਲ ਸਾਰੇ ਦੇ ਸਾਰੇ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਹੋਏ ਆ। ਪੋਜ਼ਿਟਿਵ ਸਟੇਟਮੈਂਟ ਸਾਰੇ ਪ੍ਰਨਾਉਨ ਜਿਹੜੇ ਸਿੰਗੂਲਰ ਫਾਰਮ ਦੇ ਵਿੱਚ ਹੈ ਤਾਂ ਆਪਣੇ ਕੋਲ ਆਰਡਰ ਕੀ ਸੀ ਜੀ, ਆਰਡਰ ਸੀ 2 3 ਔਰ 1 ਦਾ। ਦੈਟ ਇਜ਼ ਪਹਿਲਾਂ ਸੈਕੰਡ ਪਰਸਨ ਆਊਗਾ, ਫਿਰ ਥਰਡ ਪਰਸਨ ਆਊਗਾ ਤੇ ਦੈਨ ਆਪਾਂ ਯੂਜ਼ ਕਰਾਂਗੇ ਫਰਸਟ ਪਰਸਨ ਦਾ। ਹੁਣ ਇੱਥੇ ਚੈੱਕ ਕਰੋ, I ਕੀ ਹੁੰਦਾ ਆਪਣਾ ਫਰਸਟ ਪਰਸਨ, ਯੂ ਹੁੰਦਾ ਜੀ ਸੈਕੰਡ ਪਰਸਨ ਤੇ she ਕੀ ਆਪਣੇ ਕੋਲੇ ਥਰਡ ਪਰਸਨ, ਹੀ she it ਆਪਾਂ ਯੂਜ਼ ਕੀਤਾ ਸੀ ਥਰਡ ਪਰਸਨ ਦੇ ਵਿੱਚ। ਆਰਡਰ ਕੀ ਇੱਥੇ ਇਹਨਾਂ ਨੇ ਆਰਡਰ ਯੂਜ਼ ਕੀਤਾ 1 2 3 ਤੇ ਜਿਹੜਾ ਕਿ ਆਪਣੇ ਕੋਲੇ ਰੋਂਗ ਹੈ, ਮਤਲਬ ਇਹ ਹੈ ਜਿਹੜਾ ਆਪਣੇ ਕੋਲੇ ਪਾਰਟ ਐਰਰ ਵਾਲਾ ਪਾਰਟ ਹੈ ਤਾਂ ਆਪਾਂ ਇਹ ਨੂੰ ਜਿਹੜਾ ਟਿਕ ਕਰ ਦਾਂਗੇ। ਹੁਣ ਆਪਾਂ ਇਹਨੂੰ ਕਰਨੀ ਹੈ ਕਰੈਕਸ਼ਨ। ਕਰੈਕਸ਼ਨ ਕਿਵੇਂ ਹੋਏਗੀ, ਤਾਂ ਕਰੈਕਸ਼ਨ ਤੁਸੀਂ ਕਿਵੇਂ ਕਰੋਗੇ ਤਾਂ ਤੁਸੀਂ ਇਹਨਾਂ ਦਾ ਆਰਡਰ ਹੈ ਜਿਹੜਾ ਉਹ ਸੈੱਟ ਕਰ ਦੋਗੇ। ਆਰਡਰ ਕੀ ਯੂਜ਼ ਹੋਏਗਾ ਆਪਣੇ ਕੋਲੇ 2 3 1 ਦੈਟ ਇਜ਼ ਤੁਸੀਂ ਯੂਜ਼ ਕਰੋਗੇ ਪਹਿਲਾਂ ਯੂ ਦਾ ਯੂ, then 3 that is she and I। ਤਾਂ ਆਪਣੇ ਕੋਲੇ ਇਹ ਵਾਲਾ ਆਰਡਰ ਹੈ ਜਿਹੜਾ ਬਿਲਕੁਲ ਸਹੀ ਹੈ, ਇਹ ਆਰਡਰ ਹੈ ਜਿਹੜਾ ਗਲਤ ਹੈ ਤਾਂ ਤੁਸੀਂ ਇਹਦਾ ਯੂਜ਼ ਨਹੀਂ ਕਰੋਗੇ। ਇਹਦਾ ਯੂਜ਼ ਹੈ ਜਿਹੜਾ ਕਰੋਗੇ ਯੂ she and I went to see the ਤਾਜ ਮਹਿਲ। ਆਪਣੀ ਸਟੇਟਮੈਂਟ ਹੈ ਜਿਹੜੀ ਇਸ ਤਰੀਕੇ ਨਾਲ ਸਹੀ ਹੋ ਜਾਏਗੀ। ਨੈਕਸਟ ਹੈ ਜੀ ਤੁਹਾਡੇ ਕੋਲੇ ਸੈਕਿੰਡ ਨੰਬਰ ਕੁਐਸਚਨ, ਟਰਾਈ ਟੂ ਸੋਲਵ। ਹਾਂਜੀ, ਅਗੇਨ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਚੈੱਕ ਕਰਾਂਗੇ ਸਟੇਟਮੈਂਟ ਪੋਜ਼ਿਟਿਵ ਹੈ ਨੈਗੇਟਿਵ ਹੈ, ਫਿਰ ਆਪਾਂ ਚੈੱਕ ਕਰਾਂਗੇ ਪ੍ਰੋਨਾਉਨ ਹੈ ਜਿਹੜੇ ਆਪਾਂ ਸਿੰਗੂਲਰ ਫਾਰਮ ਵਿੱਚ ਯੂਜ਼ ਕਰਨੇ ਆ ਜਾਂ ਫਿਰ ਪਲੂਰਲ ਫਾਰਮ ਦੇ ਵਿੱਚ ਜਿਹੜੇ ਆਪਾਂ ਯੂਜ਼ ਕਰਨੇ ਆ। ਹਾਂਜੀ, they you and we played the match, they you and we played the match very well। ਤਾਂ ਹੁਣ ਸਟੇਟਮੈਂਟ ਕੀ ਹੈ, ਪੋਜ਼ਿਟਿਵ ਜਾਂ ਨੈਗੇਟਿਵ, ਤਾਂ ਇਹ ਆ ਸਟੇਟਮੈਂਟ ਆਪਣੀ ਪੋਜ਼ਿਟਿਵ। ਪੋਜ਼ਿਟਿਵ ਹੈ ਜਾਂ ਆਪਾਂ ਸਿੰਪਲ ਕਹਿ ਦਿੰਦੇ ਕਿ ਜਨਰਲ ਸਟੇਟਮੈਂਟ ਦੀ ਗੱਲ ਕੀਤੀ ਹੋਈ ਹੈ, ਮੈਚ ਖੇਡਿਆ ਵੈਰੀ ਵੈਲ ਖੇਡਿਆ, ਸੋ ਇਟ ਇਜ਼ ਅ ਪੋਜ਼ਿਟਿਵ ਸਟੇਟਮੈਂਟ। ਕੋਈ ਵੀ ਨੈਗੇਟਿਵ ਵਰਡ ਆਪਾਂ ਇੱਥੇ ਯੂਜ਼ ਨਹੀਂ ਕੀਤਾ ਕਿ ਸਟੇਟਮੈਂਟ ਆਪਣੀ ਨੈਗੇਟਿਵ ਹੋ। ਹਾਂਜੀ, ਹੁਣ ਆਪਣੇ ਕੋਲ ਸਟੇਟਮੈਂਟ ਪੋਜ਼ਿਟਿਵ ਹੈ। ਅੱਗੇ ਆਪਾਂ ਚੈੱਕ ਕਰਨਾ ਕਿ ਪ੍ਰਨਾਉਨ ਯੂਜ਼ ਕੀਤੇ ਹੋਏ ਆ ਜਿਹੜੇ ਉਹ ਸਿੰਗੂਲਰ ਫਾਰਮ 'ਚ ਹੈ ਜਾਂ ਪਲੂਰਲ। ਤਾਂ ਅੱਗੇ ਦੇਖੋ ਦੇ ਯੂ ਐਂਡ ਵੀ, ਤਾਂ ਆਪਾਂ ਨੂੰ ਪਤਾ ਹੈ ਦੇ ਵੀ ਪਲੂਰਲ ਹੈ ਵੀ ਪਲੂਰਲ ਹੈ। ਯੂ ਤਾਂ ਆਪਾਂ ਸਿੰਗੂਲਰ ਤੇ ਪਲੂਰਲ ਦੋਵਾਂ ਕੇਸਸ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਆਪਾਂ ਚੈੱਕ ਕਰ ਲਿਆ ਕਿ ਦੇ ਵੀ ਪਲੂਰਲ ਫਾਰਮ 'ਚ ਹੈ ਤੇ ਵੀ ਪਲੂਰਲ ਫਾਰਮ ਹੈ। ਇਟ ਮੀਨਸ ਪੋਜ਼ਿਟਿਵ ਸਟੇਟਮੈਂਟ ਤੇ ਪ੍ਰਨਾਉਨ ਹੈ ਜਿਹੜੇ ਆਪਣੇ ਪਲੂਰਲ ਫਾਰਮ 'ਚ ਯੂਜ਼ ਕੀਤੇ ਹੋਏ ਆ। ਤਾਂ ਅੱਗੇ ਆਪਣੇ ਕੋਲੇ ਦੇਖਾਂਗੇ ਆਪਾਂ ਆਰਡਰ ਆਪਾਂ ਕੀ ਕੀਤਾ ਹੈ ਜੇ ਪੋਜ਼ਿਟਿਵ ਸਟੇਟਮੈਂਟ ਹੋਵੇ ਤੇ ਪਲੂਰਲ ਫਾਰਮ ਹੋਵੇ ਤਾਂ ਆਪਾਂ ਯੂਜ਼ ਕਰਦੇ ਹਾਂ ਆਰਡਰ 1 2 3 ਦਾ। ਹੁਣ ਚੈੱਕ ਕਰੋ ਜੀ ਇੱਥੇ, ਤਾਂ ਦੇ ਕਿਹੜਾ ਫਾਰਮ ਹੈ, ਇਹ ਕਿਹੜਾ ਪ੍ਰਨਾਉਨ ਹੈ, ਫਰਸਟ ਸੈਕੰਡ ਔਰ ਥਰਡ। ਤਾਂ ਆਪਾਂ ਡਿਸਕਸ ਕੀਤਾ ਇਹਨੂੰ ਥਰਡ ਪ੍ਰਨਾਉਨ ਦੇ ਵਿੱਚ ਪਲੂਰਲ ਫਾਰਮ ਥਰਡ ਪ੍ਰਨਾਉਨ ਯੂ। ਫਰਸਟ ਸੈਕੰਡ ਔਰ ਥਰਡ, ਯੂ ਹੈ ਜੀ ਆਪਣਾ ਸੈਕੰਡ ਪਰਸਨ। ਸੋ ਸੈਕੰਡ ਪਰਸਨ ਦੇ ਵਿੱਚ ਆਪਣੇ ਕੋਲੇ ਯੂ ਸਿੰਗੂਲਰ ਫਾਰਮ ਦੇ ਵਿੱਚ ਵੀ ਯੂਜ਼ ਹੁੰਦਾ ਤੇ ਪਲੂਰਲ ਫਾਰਮ ਦੇ ਵਿੱਚ ਵੀ। ਨੈਕਸਟ ਆਪਣੇ ਕੋਲੇ ਵੀ ਆਪਾਂ ਯੂਜ਼ ਕੀਤਾ ਸੀ ਫਰਸਟ ਪਰਸਨ ਦੇ ਕੇਸ ਦੇ ਵਿੱਚ ਆਈ ਦਾ ਯੂਜ਼ ਹੁੰਦਾ ਸਿੰਗੂਲਰ ਫਾਰਮ ਫਰਸਟ ਪਰਸਨ ਐਂਡ ਵੀ ਦਾ ਯੂਜ਼ ਹੁੰਦਾ ਪਲੂਰਲ ਫਾਰਮ ਫਰਸਟ ਪਰਸਨ। ਹਾਂਜੀ, ਆਰਡਰ ਕੀ ਹੋ ਗਿਆ 3 2 1 ਜੋ ਕਿ ਆਪਣੇ ਕੋਲੇ ਰੋਂਗ ਹੈ। ਇਹ ਅੱਛਾ ਆਪਣਾ ਐਰਰ ਵਾਲਾ ਪਾਰਟ ਹੈ। ਸੋ ਆਪਾਂ ਕਰਨਾ ਹੁਣ ਇਹਨੂੰ ਕਰੈਕਟ ਕਰਨਾ। ਤਾਂ ਕਰੈਕਸ਼ਨ ਕੀ ਹੋਏਗੀ, ਤੁਸੀਂ ਕਰੈਕਟ ਕਿਵੇਂ ਕਰੋਗੇ ਇਹਨੂੰ, ਤਾਂ ਆਰਡਰ ਯੂਜ਼ ਕਰੋਗੇ 1 2 3 ਦਾ। ਦੈਟ ਇਜ਼ ਪਹਿਲਾ ਹੋਊਗਾ ਆਪਣੇ ਕੋਲੇ ਫਰਸਟ ਪਰਸਨ ਕੀ ਆਪਣੇ ਕੋਲੇ ਵੀ, ਦੈਨ ਸੈਕੰਡ ਪਰਸਨ ਜੋ ਕਿ ਆਪਣੇ ਕੋਲੇ ਹੈ ਯੂ ਤੇ ਥਰਡ ਪਰਸਨ ਦੈਟ ਇਜ਼ ਦੇ। we you and they played the match very well। ਤਾਂ ਆਪਣਾ ਸਟੇਟਮੈਂਟ ਹੈ ਜਿਹੜਾ ਇਸ ਤਰੀਕੇ ਨਾਲ ਹੈ ਸਹੀ ਹੋ ਜਾਏਗਾ। ਤਾਂ ਤੁਸੀਂ ਸਬਸਟੀਟਿਊਟ ਕਰੋਗੇ ਇਹ ਵਾਲਾ ਆਰਡਰ we you and they, ਤਾਂ ਆਪਣਾ ਸਟੇਟਮੈਂਟ ਹੈ ਜਿਹੜਾ ਐਵੇਂ ਸਹੀ ਹੋ ਜਾਏਗਾ। ਤੇ ਵੈਸੇ ਆਪਾਂ ਦੇਖਣਾ ਹੋਵੇ ਤਾਂ ਆਪਾਂ ਨੂੰ ਇਹ ਪਾਰਟ ਦੇ ਵਿੱਚ ਹੈ ਜਿਹੜੀ ਇਹਨਾਂ ਦੋਨਾਂ ਸਟੇਟਮੈਂਟ ਦੇ ਵਿੱਚ ਐਰਰ ਲੱਭੀ ਹੈ। ਹਾਂਜੀ, ਤਾਂ ਨੈਕਸਟ 3 ਨੰਬਰ ਕੁਐਸਚਨ ਚੈੱਕ ਕਰੋ, they and you always help each other। ਤਾਂ ਅਗੇਨ ਆਪਾਂ ਚੈੱਕ ਕਰਾਂਗੇ ਸਟੇਟਮੈਂਟ ਆਪਣੀ ਕੋਲੇ ਪੋਜ਼ਿਟਿਵ ਹੈ ਜਾਂ ਫਿਰ ਨੈਗੇਟਿਵ ਹੈ। ਜੇ ਪੋਜ਼ਿਟਿਵ ਸਟੇਟਮੈਂਟ ਹੋਈ ਤਾਂ ਤੁਸੀਂ ਚੈੱਕ ਕਰੋਗੇ ਅਗੇਨ ਆਪ ਜਿਹੜਾ ਪ੍ਰਨਾਉਨ ਹੈ ਉਹ ਆਪਣੇ ਕੋਲੇ ਸਿੰਗੂਲਰ ਫਾਰਮ 'ਚ ਹੈ ਜਾਂ ਫਿਰ ਆਪਣੇ ਕੋਲੇ ਪਲੂਰਲ ਫਾਰਮ ਦੇ ਵਿੱਚ ਹੈ। ਇਸ ਤੋਂ ਬਾਅਦ ਆਪਾਂ ਦੇਖਾਂਗੇ ਉਹਨਾਂ ਦਾ ਆਰਡਰ। ਹਾਂਜੀ, ਤਾਂ ਚੈੱਕ ਕਰੋ ਥਰਡ ਨੰਬਰ ਕੁਐਸਚਨ ਦੇ ਵਿੱਚ ਸਟੇਟਮੈਂਟ ਪੋਜ਼ਿਟਿਵ ਜਾਂ ਨੈਗੇਟਿਵ। they and you always help each other, that is positive statement। ਸੋ ਆਪਣੇ ਕੋਲੇ ਪੋਜ਼ਿਟਿਵ ਸਟੇਟਮੈਂਟ ਹੈ। ਅੱਗੇ ਆਪਾਂ ਚੈੱਕ ਕਰਨਾ ਹੈ ਪ੍ਰਨਾਉਂਸ ਨੂੰ ਪਲੂਰਲ ਹੈ ਜਾਂ ਸਿੰਗੂਲਰ। ਦੇ ਵੀ ਆਪਣੇ ਕੋਲੇ ਪਲੂਰਲ ਫਾਰਮ ਹੈ, ਯੂ ਆਪਾਂ ਨੂੰ ਪਤਾ ਨਹੀਂ ਆਪਾਂ ਸਿੰਗੂਲਰ 'ਚ ਵੀ ਯੂਜ਼ ਕਰਦੇ ਹਾਂ ਆਪਾਂ ਪਲੂਰਲ 'ਚ ਵੀ ਯੂਜ਼ ਕਰਦੇ ਹਾਂ। ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਸਟੇਟਮੈਂਟ ਹੈ ਜਿਹੜੀ ਇਹਦੇ ਵਿੱਚ ਆਪਣੇ ਕੋਲੇ ਪਲੂਰਲ ਆ ਗਿਆ। ਸੋ ਲੈਟ ਅਸ ਡਿਸਕਸ
ਤਾਂ ਆਪਣੇ ਕੋਲੇ ਦੇਖਿਆਗਾ ਕਿ ਪੋਜ਼ਿਟਿਵ ਹੈ। ਅਗੇਨ ਆਪਣੇ ਕੋਲੇ ਪ੍ਰੋਨਾउਨ ਹੈ ਜਿਹੜਾ ਪਲੂਰਲ ਹੈ, ਸੋ ਆਪਾਂ ਜਿਹੜਾ ਆਰਡਰ ਫੋਲੋ ਕਰਾਂਗੇ ਉਹ ਹੋਏਗਾ ਆਪਣੇ ਕੋਲੇ 1 2 ਐਂਡ 3। 1 2 3 ਆਰਡਰ ਹੈ ਜਿਹੜਾ ਆਪਾਂ ਫੋਲੋ ਕਰਨਾ ਹੈ। ਸੋ ਆਪਣੇ ਆਰਡਰ ਦੇਖੋ, ਹੁਣ ਦੇ ਹੈ ਜਿਹੜਾ ਕਿਹੜਾ ਪਰਸਨ ਹੈ, ਦੇ ਆਪਣੇ ਕੋਲੇ ਥਰਡ ਪਰਸਨ, ਪਲੂਰਲ ਫਾਰਮ ਥਰਡ ਪਰਸਨ। ਯੂ ਹੈ ਜਿਹੜਾ ਆਪਣੇ ਕੋਲੇ ਸੈਕੰਡ ਪਰਸਨ। ਅਗੇਨ ਸਿੰਗੂਲਰ ਪਲੂਰਲ ਫਾਰਮ ਦੋਵਾਂ ਦੇ ਵਿੱਚ ਆਪਾਂ ਯੂ ਦਾ ਯੂਜ਼ ਕਰਦੇ ਹਾਂ। ਹੁਣ ਆਪਣੇ ਕੋਲੇ ਆਰਡਰ ਹੋਣਾ ਚਾਹੀਦਾ 1 2 3। ਆਪਣੇ ਕੋਲ ਤਾਂ ਫਰਸਟ ਤਾਂ ਹੈ ਹੀ ਨਹੀਂ, ਸਿੰਪਲ ਆਪਣੇ ਕੋਲੇ ਸੈਕੰਡ ਤੇ ਥਰਡ ਪਰਸਨ ਦਿੱਤੇ ਤਾਂ ਉਹ ਵੀ ਆਪਣੇ ਕੋਲੇ ਆਰਡਰ ਕੀ ਹੋਊਗਾ 2 3 ਹੋਊਗਾ, 3 2 ਨਹੀਂ ਹੋਊਗਾ। ਤਾਂ ਆਪਣੇ ਕੋਲੇ ਰੌਂਗ ਹੋ ਗਿਆ ਇਹ ਪਾਰਟ, ਆਰਡਰ ਗਲਤ ਦਿੱਤਾ ਹੋਇਆ। ਆਰਡਰ ਨੂੰ ਤੁਸੀਂ ਸਹੀ ਕਿਵੇਂ ਕਰੋਗੇ, ਯੂਜ਼ ਕਰੋਗੇ ਪਹਿਲਾਂ ਯੂ ਦਾ ਫਿਰ ਦੇ ਦਾ। ਸੋ ਇਹਨੂੰ ਕਰੈਕਟ ਕਰੋ। ਹਾਂਜੀ, ਤਾਂ ਕਰੈਕਸ਼ਨ ਕੀ ਹੋਈ, ਪਹਿਲਾਂ ਆਪਾਂ ਯੂਜ਼ ਕਰਾਂਗੇ ਜੀ ਯੂ ਦਾ, then ਇਸ ਤੋਂ ਬਾਅਦ ਆਪਣੇ ਕੋਲ ਆ ਜਾਏਗਾ take you and take। You and they always help each other। अगेन ਆਪਾਂ ਜੇ ਇੱਥੇ ਦੇਖਣਾ ਹੁੰਦਾ each other word यूज ਕੀਤਾ ਹੋਇਆ ਕਿ each other ਦਾ यूज ਇੱਥੇ ਸਹੀ ਹੈ। ਪਰ ਰਿਫਲੈਕਸਿਵ ਪ੍ਰਨਾਉਨ ਦੇ ਵਿੱਚ ਦੋ ਵਰਡ ਕੀਤੇ ਆ। ਪ੍ਰਨਾਉਨ ਫਾਰਮ ਦੇ ਵਿੱਚ one is each other and the second is one another। ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ each other ਦਾ यूज ਆਪਾਂ ਦੋ ਜਦੋਂ ਆਪਣੇ ਕੋਲ ਦੋ ਜਣਾਂ ਦੀ ਗੱਲ ਹੋਵੇ, ਦੋ ਚੀਜ਼ਾਂ ਦੀ ਗੱਲ ਹੋਵੇ ਤਾਂ ਆਪਾਂ each other ਦਾ यूज ਕਰਦੇ ਹਾਂ। ਜਦੋਂ ਆਪਣੇ ਕੋਲ ਦੋ ਤੋਂ ਜ਼ਿਆਦਾ ਜਾਣੇ ਹੋਣ, ਜਦ ਦੋ ਤੋਂ ਜ਼ਿਆਦਾ ਆਪਣੇ ਕੋਲ ਚੀਜ਼ਾਂ ਦੀ ਗੱਲ ਹੋਵੇ ਤਾਂ ਆਪਾਂ one another ਦਾ यूज ਕਰਦੇ ਹਾਂ। ਹੁਣ ਇੱਥੇ ਦੇ ਤੇ you ਮਤਲਬ ਦੋ ਹੀ ਜਾਣੇ ਆਪਾਂ ਨੂੰ ਜਿਹੜਾ ਇੱਥੋਂ ਕਲੀਅਰ ਹੋ ਗਿਆ ਕਿ ਦੇ ਤੇ ਯੂ ਆਪਣੇ ਕੋਲੇ ਦੋ ਹੀ ਜਣਿਆਂ ਦੀ ਗੱਲ ਹੋ ਰਹੀ ਹੈ। ਸੋ ਇੱਥੇ ਆਪਣੇ ਕੋਲੇ ਈਚ ਅਦਰ ਵਰਡ ਯੂਜ਼ ਕੀਤਾ ਹੋਇਆ ਉਹ ਵਾਲਾ ਸਹੀ ਹੈ। ਤਾਂ ਇੱਥੋਂ ਆਪਣਾ ਰਿਫਲੈਕਸਿਵ ਪ੍ਰਨਾਉਨ ਹੈ ਜਿਹੜਾ ਉਹ ਕਲੀਅਰ ਹੋ ਗਿਆ। ਹਾਂਜੀ, ਤਾਂ ਨੈਕਸਟ ਦੇਖੋ 4 ਨੰਬਰ ਕੁਐਸਚਨ। The manager has asked me and you to report to him after the shift is over। ਤਾਂ ਚੈੱਕ ਕਰੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਅਗੇਨ ਤੁਸੀਂ ਐਰਰ ਫਾਈਂਡ ਆਊਟ ਵੀ ਕਰਨੀ ਹੈ ਤੇ ਉਹਨੂੰ ਕਰੈਕਟ ਵੀ ਕਰਨਾ। ਤਾਂ ਹੁਣ ਆਪਾਂ ਕਰਿਆ ਜੀ ਆਰਡਰ ਵਾਲਾ ਪ੍ਰਨਾਉਨ ਸਿੰਪਲ, ਆਪਾਂ ਇੱਕ ਹੀ ਟੌਪਿਕ ਹੈ ਜਿਹੜਾ ਅਜੇ ਤੱਕ ਡਿਸਕਸ ਕੀਤਾ। ਸੋ ਆਪਾਂ ਨੂੰ ਉਹੀ ਹੈ ਜਿਹੜੀ ਆਪਾਂ ਇੱਕ ਵਾਰ ਲਾ ਕੇ ਦੇਖਾਂਗੇ। ਚੈੱਕ ਕਰੋ ਆਰਡਰ ਨੂੰ। ਆਰਡਰ ਕੀ ਹੈ, ਆਪਣੇ ਕੋਲੇ ਯੂਜ਼ ਕੀਤਾ ਹੋਇਆ ਵਰਡ ਮੀ ਐਂਡ ਯੂ। ਅਗੇਨ ਪਹਿਲਾਂ ਆਪਾਂ ਦੇਖਣਾ ਹੈ ਸਭ ਤੋਂ ਪਹਿਲਾਂ ਸਟੇਟਮੈਂਟ ਕੀ ਹੈ, ਪੋਜ਼ਿਟਿਵ ਹੈ ਜਾਂ ਨੈਗੇਟਿਵ। ਦ ਮੈਨੇਜਰ ਹੈਜ਼ ਆਸਕਡ ਮੀ ਐਂਡ ਯੂ ਟੂ ਰਿਪੋਰਟ ਟੂ ਹਿਮ ਆਫਟਰ ਦ ਸ਼ਿਫਟ ਇਜ਼ ਓਵਰ। ਹੁਣ ਇੱਥੇ ਕੋਈ ਵੀ ਇਹੋ ਜਿਹਾ ਵਰਡ ਆਇਆ ਜਿਹੜਾ ਸਟੇਟਮੈਂਟ ਨੂੰ ਨੈਗੇਟਿਵ ਕਰ ਰਿਹਾ, ਨਹੀਂ। ਇਟ ਮੀਨਸ ਇਹ ਵੀ ਇੱਕ ਜਨਰਲ ਸਟੇਟਮੈਂਟ ਹੈ। ਸੋ ਆਪਾਂ ਇਹਨੂੰ ਵੀ ਲੈ ਲਿਆ ਕਿ ਇੱਕ ਪੋਜ਼ਿਟਿਵ ਸਟੇਟਮੈਂਟ ਹੈ, ਪੋਜ਼ਿਟਿਵ ਹੈ। ਅਗੇਨ ਆਪਾਂ ਦੇਖਦੇ ਕਿ ਇਹਦੇ ਵਿੱਚ ਯੂਜ਼ ਕੀਤੇ ਹੋਏ ਪ੍ਰਨਾਉਨ ਸਿੰਗੂਲਰ ਫਾਰਮ ਹੈ ਜਾਂ ਪਲੂਰਲ ਫਾਰਮ। ਆਪਾਂ ਯੂਜ਼ ਕੀਤਾ ਮੀ ਦਾ ਤੇ ਯੂ ਦਾ। ਹੁਣ ਆਪਾਂ ਨੂੰ ਪਤਾ ਆਈ ਤੋਂ ਆਪਾਂ ਮੀ ਦਾ ਯੂਜ਼ ਕਰ ਲੈਂਦੇ ਜਦੋਂ ਆਪਾਂ ਆਬਜੈਕਟਿਵ ਫਾਰਮ ਦੇ ਵਿੱਚ ਯੂਜ਼ ਕਰਨਾ ਹੋਵੇ ਤੇ ਇੱਥੇ ਇਹ ਆਬਜੈਕਟ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ ਤੇ ਹੈਗਾ ਵੀ ਸਿੰਗੂਲਰ ਹੈ। ਸੋ ਆਈ ਕੀ ਹੋ ਗਿਆ, ਆਪਣੇ ਕੋਲੇ ਫਰਸਟ ਪਰਸਨ ਹੈ। ਸੈਕਿੰਡ ਆਪਣੇ ਕੋਲੇ ਯੂ ਦਾ ਯੂਜ਼ ਕੀਤਾ ਹੋਇਆ, ਦੈਟ ਇਜ਼ ਦ ਸੈਕਿੰਡ ਪਰਸਨ। ਤਾਂ ਹੁਣ ਆਪਾਂ ਦੇਖਦੇ ਹਾਂ ਮੀ ਐਂਡ ਯੂ। ਬਟ ਆਪਣੇ ਕੋਲੇ ਪੋਜ਼ਿਟਿਵ ਸਟੇਟਮੈਂਟ ਦੇ ਵਿੱਚ ਜੇ ਸਿੰਗੂਲਰ ਫਾਰਮ ਹੋਵੇ ਤਾਂ ਆਰਡਰ ਕੀ ਹੁੰਦਾ ਹੈ ਜੀ 2 3 1। ਹੁਣ ਆਪਣੇ ਕੋਲੇ ਸੈਕਿੰਡ ਪਰਸਨ ਤੇ ਫਰਸਟ ਪਰਸਨ ਦਾ ਯੂਜ਼ ਹੋਇਆ ਹੋਇਆ, ਪਹਿਲਾਂ ਤੁਸੀਂ ਯੂਜ਼ ਕਰੋਗੇ ਸੈਕਿੰਡ ਪਰਸਨ, ਦੈਨ ਆਪਣੇ ਕੋਲੇ ਆਏਗਾ ਫਰਸਟ ਪਰਸਨ। 2 3 1 ਆਰਡਰ ਹੈ ਜਿਹੜਾ ਉਹ ਵੀ ਫੋਲੋ ਕਰਨਾ ਹੈ। ਸੋ ਆਪਣੇ ਕੋਲੇ ਜਿਹੜੇ ਆਰਡਰ ਦੀ ਇੱਥੇ ਐਰਰ ਦਿੱਤੀ ਹੋਈ ਹੈ ਮੀ ਐਂਡ ਯੂ ਹੈ ਜਿਹੜਾ ਤੁਸੀਂ ਇੱਥੇ ਯੂਜ਼ ਨਹੀਂ ਕਰੋਗੇ। ਤੁਸੀਂ ਕੀ ਯੂਜ਼ ਕਰੋਗੇ ਜੀ, ਯੂਜ਼ ਕਰੋਗੇ ਯੂ ਐਂਡ ਮੀ। ਕੀ ਯੂਜ਼ ਕਰੋਗੇ ਜੀ, ਯੂ ਐਂਡ ਮੀ ਦਾ। ਸੋ ਆਪਣੇ ਕੋਲੇ ਸਹੀ ਹੋਏਗਾ ਇਹ, ਯੂਜ਼ ਕਰੋ ਯੂ ਐਂਡ ਮੀ। ਤੇ ਐਰਰ ਹੈ ਤੁਹਾਡੀ ਬੀ ਪਾਰਟ ਦੇ ਵਿੱਚ ਬਿਕਾਜ਼ ਆਰਡਰ ਹੈ ਜਿਹੜਾ ਇੱਥੇ ਰੌਂਗ ਦਿੱਤਾ ਹੋਇਆ। ਤਾਂ ਸਟੇਟਮੈਂਟ ਕੀ ਬਣੇਗੀ, ਦ ਮੈਨੇਜਰ ਹੈਜ਼ ਆਸਕਡ you and me to report to him after the shift is over। तो बी पार्ट ਦੇ ਵਿੱਚ ਸੀ ਜਿਹੜੀ ਆਪਣੀ ਐਰਰ ਸੀ ਤੇ ਆਪਣੀ ਕੋਲ ਕਰੈਕਸ਼ਨ ਕੀ ਹੋਈ ਆ, ਆਰਡਰ ਨੂੰ ਸਹੀ ਕੀਤਾ that is you and me। I think ਤੁਹਾਡਾ ਇਹ ਵਾਲਾ ਡਾਊਟ ਜਾਂ ਤੁਹਾਨੂੰ ਜਿਹੜਾ ਇਹ ਵਾਲਾ ਕਨਸੈਪਟ ਹੋਏਗਾ ਉਹ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ ਕਿ ਆਰਡਰ ਨੂੰ ਆਪਾਂ ਕਿਵੇਂ ਯੂਜ਼ ਕਰਨਾ। ਨੈਕਸਟ ਆਪਾਂ ਦੇਖਣਾ ਹੈ ਯੂਜ਼ ਇਟ ਦਾ। ਇਟ ਦਾ ਯੂਜ਼ ਹੈ ਜਿਹੜਾ ਇੱਕ ਬਹੁਤ ਵਾਸਟ ਵਰਡ ਜਿਹੜਾ ਆਪਾਂ ਯੂਜ਼ ਕਰ ਲੈਂਦੇ ਹਾਂ, ਵਾਸਟਲੀ ਯੂਜ਼ ਕੀਤਾ ਜਾਂਦਾ ਹੈ ਇਟ ਦਾ ਯੂਜ਼ ਹੁਣ ਆਪਾਂ ਕਿਹੜੇ ਕਨਸੈਪਟ ਦੇ ਨਾਲ ਕਰਨਾ ਹੈ, ਕਿਹੜੇ ਥਾਵਾਂ ਦੇ ਉੱਤੇ ਆਪਾਂ ਇਟ ਦਾ ਯੂਜ਼ ਕਰਨਾ ਹੈ। ਬੇਸਿਕ ਆਪਣੇ ਕੋਲ ਯੂਜ਼ ਹੈ ਜਿਹੜਾ ਇਹਦਾ ਯੂਜ਼ ਕੀਤਾ ਜਾਂਦਾ ਜੀ ਨਾਨ ਲਿਵਿੰਗ ਚੀਜ਼ਾਂ ਦੇ ਨਾਲ। ਨਾਨ ਲਿਵਿੰਗ ਬੇਸਿਕਲੀ ਉਹ ਚੀਜ਼ਾਂ ਜਿਹੜੀਆਂ ਆਪਾਂ ਕਹਿ ਲਓ ਸਾਹ ਨਹੀਂ ਲੈਂਦੀਆਂ, ਚੱਲਦੀਆਂ ਫਿਰਦੀਆਂ ਨਹੀਂ, ਤਾਂ ਉਹਨਾਂ ਨੂੰ ਆਪਾਂ ਨਾਨ ਲਿਵਿੰਗ ਕੈਟਾਗਰੀ ਦੇ ਵਿੱਚ ਜਿਹੜਾ ਕਾਊਂਟ ਕਰ ਲੈਂਦੇ। ਤਾਂ ਨਾਨ ਲਿਵਿੰਗ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਤੁਸੀਂ ਯੂਜ਼ ਕਰੋਗੇ ਇਟ ਦਾ। ਅਗੇਨ ਆਪਣੇ ਕੋਲੇ ਨੈਕਸਟ ਹੈਗਾ ਐਨੀਮਲਸ। ਐਨੀਮਲਸ ਦੇ ਲਈ ਵੀ ਆਪਾਂ ਕੀ ਯੂਜ਼ ਕਰਦੇ ਹਾਂ, ਇਟ ਦਾ ਯੂਜ਼ ਕਰਦੇ ਹਾਂ। ਇਹ ਹੈਗਾ ਇੱਕ ਐਕਸੈਪਸ਼ਨਲ ਕੇਸ ਵੀ ਹੈ ਇਹਦੇ ਵਿੱਚ ਕਿ ਐਨੀਮਲਸ ਦੇ ਨਾਲ ਆਪਾਂ ਹੀ ਸ਼ੀ ਦਾ ਵੀ ਯੂਜ਼ ਕਰ ਲੈਂਦੇ ਹਾਂ ਜਦੋਂ ਉਹ ਆਪਣੇ ਕੋਲ ਐਨੀਮਲ ਨੇ ਕੋਈ ਕਹਿ ਲਓ ਆਪਣੇ ਕੋਲ ਪਰਸਨ ਦੇ ਐਟਰੀਬਿਊਟਸ ਨੂੰ ਸ਼ੋ ਕਰਦੇ ਨੇ। ਤਾਂ ਬੇਸਿਕਲੀ ਐਨੀਮਲ ਦੇ ਨਾਲ ਆਪਾਂ ਇਟ ਜਿਹੜਾ ਪ੍ਰੋਨਾਉਨ ਹੈ ਯੂਜ਼ ਕਰਨਾ ਹੈ। ਨੈਕਸਟ ਆ ਗਿਆ ਆਪਣੇ ਕੋਲੇ ਵਰਡ ਬੇਬੀ। ਬੇਬੀ ਪਲੱਸ ਇਨਫੈਂਟ। ਇਨਫੈਂਟ ਦੀ ਕੈਟਾਗਰੀ ਦੇ ਵਿੱਚ ਵੀ ਤੁਸੀਂ ਕੀ ਯੂਜ਼ ਕਰੋਗੇ, ਇਟ ਦਾ ਹੀ ਯੂਜ਼ ਕਰੋਗੇ। ਭਾਵੇਂ ਤੁਹਾਡੇ ਕੋਲੇ ਬੇਬੀ ਹੈ, ਭਾਵੇਂ ਤੁਹਾਡੇ ਕੋਲੇ ਇਨਫੈਂਟ ਹੈ, ਤਾਂ ਤੁਸੀਂ ਯੂਜ਼ ਕਰੋਗੇ ਇਟ ਦਾ। ਤੁਸੀਂ ਹੀ ਜਾਂ ਸ਼ੀ ਦਾ ਯੂਜ਼ ਹੈ ਜਿਹੜਾ ਇਸ ਕੇਸ ਦੇ ਵਿੱਚ ਨਹੀਂ ਕਰਦੇ। ਤੇ ਸੈਕਿੰਡ ਆਪਣੇ ਕੋਲੇ ਅੱਗੇ ਆ ਗਿਆ ਆਪਣੇ ਕੋਲੇ ਡਮੀ। ਤਾਂ ਹੁਣ ਡਮੀ ਦੀ ਮੀਨਿੰਗ ਕੀ ਹੈ, ਤਾਂ ਡਮੀ ਇਹੋ ਜਿਹੀ ਚੀਜ਼ ਜਿਹੜੀ ਚੇਂਜੇਬਲ ਹੋਵੇ, ਚੇਂਜੇਬਲ ਹੋਵੇ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕਹਿੰਦੇ ਹੋ ਸੀਜ਼ਨ ਚੇਂਜ ਹੁੰਦੇ ਆ, ਸੀਜ਼ਨ
जिवें एक बार विंटर आ गया, दैन समर आ गया, स्प्रिंग आ गया, तो ये सारे की सीजन है चेंज होंदे है ना। एक इन्हां दी एक टाइम चलदा हुंदा भी इस टाइम तो बाद जेह्ड़ा अपना ए सीजन आना। अगेन आपां कह लो डेज़ चेंज होंदे हैं। अज जिवें मंडे है, कल नूं ट्यूसडे हो जाएगा, वेडनेसडे हो गया, थर्सडे हो गया, तो ये वाली चीज अगेन चेंज होंदे हैं। सीजन चेंज होंदे हैं, डे चेंज होंदे हैं, अगेन अपना आ गया टाइम। टाइम भी चेंज होंदा है, सैकंड सैकंड नाल टाइम चेंज हो रहा है, मिनट चेंज हो रहे हैं, जेह्ड़े अपने कोले आवर्स ने वो अगेन चेंज हो रहे हैं, तो टाइम की अपने कोले डमी है। अगेन आपां देख लैंदे हां कुछ ना कुछ वर्ड जिवें अपने कोले कई बार हुंदा है बारिश हो रही है तां रेनी सीजन है, तो वो भी चीज की अपने कोले डमी दी कैटेगरी दे विच आ जांदी है। सो डमी चीज़ां जेह्ड़ियां चीज़ां अपने कोले चेंज होंदियां तां उन्हां नूं आपां किहदे विच काउंट करदे हां, डमी दे विच काउंट करदे हां। हुण डमी की है, कोई भी चीज़ जेह्ड़ी अपनी चेंज हुंदी होवे, इक थां दे उत्ते टिक के ना रहिंदी होवे तां ओह आ जाएगी तुहाडी डमी दे विच, ते तुसीं डमी नाल भी की यूज़ करोगे इट दा। तो बेसिकली इट दा यूज़ कित्थे कीता जाऊगा, नॉन लिविंग दे नाल, एनिमल्स दे नाल, बेबी और इन्फेंट कैटेगरी दे विच एंड एज अ डमी। डमी कोई भी चीज़ हो सकदी है, तो उन्हां नाल भी तुसीं की यूज़ करोगे जी, इट दा यूज़ है जेह्ड़ा आपां देखांगे। हाँ, कुछ भी एग्जांपल्स ने इट दे यूज़ दीआं। हाँ जी, तो अगे हैगा फर्स्ट नंबर सेंटेंस देखो, द बुक इज ऑन द टेबल। गल की हो रही है बुक दी, द बुक इज ऑन द टेबल, इट हैव अ नाइस कवर। हुण फर्स्ट स्टेटमेंट दे विच मैं तुहानू दसदा भी गल किहदी होई है, अपने कोले बुक दी होई है। द बुक इज ऑन द टेबल मतलब बुक है जिहड़ी टेबल दे उत्ते पई है। सैकंड दे विच मैं कहा द बुक हैज अ नाइस कवर, तो ओह की हो जाएगा अपने कोले अगेन अपन नाउन यूज कर लिया, फिर अपने कोले प्रोनाउन दा की यूज है। तो आपां की करदे हां, बार-बार नाउन नू यूज करन दी थां ते ओहदी थां ते आपां क्या करदे हां, यूज कर लैंदे हां कुछ वर्ड्स। तो आपां डिस्कस कीते आ वर्ड्स दैट इज आपां अलग-अलग टाइप्स कीतियां, जिवें अपने कोल पर्सनल प्रोनाउन सी, डेमोनस्ट्रेटिव, रिफ्लेक्सिव। तां हुण उन्हां दा यूज आपां किवें करदे, तो देखो, तो आपां पहले नंबर जेह्ड़ा आपां कोल स्टेटमेंट सी फर्स्ट सेंटेंस सी, ओहदे विच आपां देख लिया द बुक इज ऑन द टेबल, ते बुक है जिहड़ी टेबल ते पई है। सैकंड आपां बुक वर्ड यूज करन दी थां ते ओहदी थां ते की यूज कीता वर्ड इट दा। हुण इट दा यूज क्यों कीता, बिकॉज़ बुक है जिहड़ी ओह की एक नॉन लिविंग चीज है। बुक की अपने कोले नॉन लिविंग है, सो नॉन लिविंग दे नाल आपां की यूज करदे हां इट दा यूज। नॉन लिविंग है, सो आपां की यूज कीता जी इट दा यूज है, ठीक कीता इट हैज अ नाइस कवर। अगे अपने कोले सेकंड नंबर देखो, इट 8 o'clock। फॉर एग्जांपल आपां कहने हुंदे ना इट इज 9 o'clock, 7 o'clock, तो हुण ये की आ गया अपने कोल टाइम आ गया। की है जी ये टाइम है, घंटिਆਂ ਦੇ ਹਿਸਾਬ ਨਾਲ मैं ਤੁਹਾਨੂੰ ਦੱਸਿਆ टाइम की एक डमी है। टाइम क्या है, डमी है। सो ये भी चेंज होंदा रहिंदा, घंटे चेंज हो जांदे, अपने मिंट चेंज हो जांदे आ, आपां सैकंड भी जेह्ड़े आपां शायद चेंज होंदे रहिंदे आ। सो टाइम है जेह्ड़ा डमी फॉर्म दे विच यूज़ कीता जांदा, ते आपां इहदे नाल यूज़ कीता वर्ड इट दा, इट इज एट अ क्लॉक। अगे है जी तुहाडे कोले थर्ड नंबर क्वेश्चन, इट इज 9th ऑफ मार्च। हुण इत्थे अपने कोले इट दा यूज़ कीता, हुण इट दा यूज़ क्यों कीता, बिकॉज़ इत्थे यूज़ कीता होया 9th ऑफ मार्च। 9th ऑफ मार्च दा मतलब की हो गया, एक आ गई डेट। हुण अज 9 तरीक है, कल नूं 10 हो जूगी, फिर 11 हो जूगी, 12 हो जूगी, मतलब कि ये भी एक डमी चीज आ गई। हुण डमी दे केस दे विच आपां की यूज़ करना हुंदा जी इट दा। सो अपना की हो जाऊगा, इट दा यूज़ आपां इत्थे यूज़ कीता है, दैट इज अपने लिए सही है। इट इज 9th ऑफ मार्च, आपां टाइम दे नाल डेट दे नाल जेह्ड़ा हैगा इट दा यूज़ कर सकदे हां। इत्थे अपना इट यूज़ कीता होया है, सो इट इज ओके। अगे हैगा 4 नंबर सेंटेंस चेक करो, इट इज रेनिंग। हुण रेनिंग है, वर्ड आपां रेनिंग लिखिया होया है। रेनिंग दा मीनिंग हुंदा बेसिकली रेन दा मतलब की हुंदा मींह पैना ना, तो हुण मींह पै रिहा, हुण इक बार एवें तां है नी कि मींह पै रिहा ते पैंदा ही रहेगा, कदे ना कदे तां रुक ही जाएगा। जां कह लो तुसीं अपने कोल हल्की बूंदाबांदी हुंदी रहिंदी है, सुबह होण लगी ला लो, बिजली हट गई, फिर लग गई, फिर हट गई, तां आह वाली चीज़ हुंदी है। जां फिर बहुत ज़्यादा मींह पैंदा है, तां ओह वाली चीज़ दे विच अपने कोल अगेन रेनिंग भी किया जांदा है, डमी दी कैटेगरी च। ਜਿਹੜੀ ਚੀਜ਼ ਚੇਂਜ ਹੁੰਦੀ ਹੈ, ਹੁਣ ਹਰ ਰੋਜ਼ ਤਾਂ ਮੀਂਹ ਨਹੀਂ ਪੈਂਦਾ, ਜਾਂ ਐਂ ਕਰੋ ਲਗਾਤਾਰ ਮੀਂਹ ਤਾਂ ਨਹੀਂ ਪੈਂਦਾ ਰਹਿੰਦਾ ਸਾਰਾ ਦਿਨ, ਮਤਲਬ ਮੀਂਹ ਪਈ ਗਿਆ, ਤਾਂ ਉਹ ਵਾਲੀ ਚੀਜ਼ ਨਹੀਂ ਹੁੰਦੀ। ਤਾਂ ਇਹ ਵੀ ਕੀ ਆ ਜਾਂਦਾ ਆਪਣੇ ਡੰਮੀ ਦੇ ਵਿੱਚ ਆ ਜਾਂਦਾ ਵੀ ਪੈ ਰਿਹਾ ਤੇ ਇੱਕ ਵਾਰ ਹਟ ਵੀ ਜਾਏਗਾ, ਤਾਂ ਸੋ ਇਹਦਾ ਦਾ ਯੂਜ਼ ਆ ਜਿਹੜਾ ਇੱਥੇ ਵੀ ਆਪਾਂ ਕਰ ਸਕਦੇ ਹਾਂ। ਸੋ ਫੋਰ ਸੈਂਟੈਂਸ ਆ ਜਿਹੜਾ ਆਪਣੇ ਕੋਲ ਅਗਲੀ ਡੰਮੀ ਦੇ ਲਈ ਆ ਗਿਆ। ਤਾਂ ਹਾਂਜੀ, ਤਾਂ ਆਪਾਂ ਚਾਰ ਸੈਂਟੈਂਸ ਡਿਸਕਸ ਕੀਤੇ ਆ। ਇਟ ਦਾ ਯੂਜ਼ ਫॉर ਨॉन ਲਿਵਿੰਗ ਚੀਜ਼ ਦੇ ਲਈ, ਇਟ ਦਾ ਯੂਜ਼ ਫॉर ਟਾਈਮ ਡੰਮੀ ਦੇ ਲਈ, ਇਟ ਦਾ ਯੂਜ਼ ਫॉर ਡੇਟ ਅਗੇਨ ਡੰਮੀ ਦੇ ਲਈ, ਤੇ ਇਟ ਦਾ ਯੂਜ਼ ਫॉर ਡੰਮੀ ਦੇ ਲਈ ਆਪਾਂ ਜਦੋਂ ਆਪਾਂ ਇਹ ਵਰਡ ਹੈ ਜਿਹੜਾ ਯੂਜ਼ ਕੀਤਾ। बेसिक यूज से इट दा यूज आपां किवें करना है। हाँ जी, then नेक्स्ट अपने कोले देखो, अपने कोले कुछ लिखा हुआ है, देखो हुण की लिखा हुआ है, we can use some gender specific pronouns for inanimate objects if masculine or feminine characters are expressed by them। ਤਾਂ ਹੁਣ ਇਹਦਾ मीनिंग ਕੀ है, inanimate ਦਾ मतलब ਹੁੰਦਾ ਜੀ ਕੋਈ ਨਿਰਜੀਵ ਵਸਤੂ, ਕਹਿ ਸਕਦੇ ਹੋ ਅਗੇਨ ਨॉन ਲਿਵਿੰਗ ਚੀਜ਼ਾਂ। ਤਾਂ ਤੁਸੀਂ ਕਹਿ ਸਕਦੇ ਹੋ ਕੋਈ ਨਿਰਜੀਵ ਚੀਜ਼ਾਂ ਦੇ ਲਈ ਆਪਾਂ ਕਹਿ ਦਿੰਦੇ ਹਾਂ inanimate।
ਤਰਜੀਬ, ਨਿਰਜੀਵ ਹੁਣ ਇਹਦਾ ਤਾਂ ਆਪਾਂ ਨੂੰ ਪਤਾ ਹੈ ਨਿਰਜੀਵ ਦਾ ਮਤਲਬ ਹੁੰਦਾ ਜਿਹੜੀਆਂ ਚੀਜ਼ਾਂ ਸਾਹ ਨਹੀਂ ਲੈਂਦੀਆਂ ਹੈਗੀਆਂ ਮਤਲਬ ਉਹਨਾਂ ਦੇ ਵਿੱਚ ਜਿਹੜੇ ਲਾਈਫ ਨਹੀਂ ਹੈਗੀ ਤਾਂ ਇਨੈਨੀਮੇਟ ਆਬਜੈਕਟਸ ਆ ਜਿਹੜੇ ਉਹ ਆ ਜਾਂਦੇ ਆ ਹੁਣ ਜਦੋਂ ਉਹ ਸ਼ੋਅ ਕਰਦੇ ਹੁਣ ਕੋਈ ਮੈਸਕੂਲਿਨ ਜਾਂ ਫੈਮਿਲੀਨ ਕਰੈਕਟਰ ਮੈਸਕੂਲਿਨ ਔਰ ਫੈਮਿਲੀਨ ਕਰੈਕਟਰ ਹੁਣ ਆਪਾਂ ਨਾਮ ਕੀਤਾ ਤੇ ਆਪਾਂ ਮੈਸਕੂਲਿਨ ਤੇ ਫੈਮਿਲੀਨ ਜੈਂਡਰ ਕੀਤਾ ਸੀ ਤਾਂ ਇਹ ਤੁਹਾਨੂੰ ਪਤਾ ਹੋਣਾ ਹੈ ਤੇ ਜਿਹੜੀ ਚੀਜ਼ ਆਪਣੇ ਕੋਲੇ ਕਹਿ ਲਓ ਮੇਲ ਕੈਰੈਕਟਰਿਸਟਿਕਸ ਨੂੰ ਦਿਖਾ ਰਹੀ ਹੈ ਤਾਂ ਉਹ ਹੋ ਜਾਏਗੀ ਮੈਸਕੂਲਿਨ ਕਰੈਕਟਰਿਸਟਿਕ ਐਂਡ ਜੇ ਆਪਣੇ ਕੋਲੇ ਫੀਮੇਲ ਕੈਰੈਕਟਰਿਸਟਿਕਸ ਨੂੰ ਦਿਖਾ ਰਹੀ ਹੈ ਤਾਂ ਉਹ ਹੋ ਜਾਏਗੀ ਆਪਣੇ ਕੋਲੇ ਫੈਮਿਲੀਨ ਕਰੈਕਟਰਿਸਟਿਕ ਤਾਂ ਹੁਣ ਆਪਣੇ ਕੋਲੇ ਵਰਡ ਹੈ ਜੇ ਆਪਣੇ ਕੋਲੇ ਕੋਈ ਵੀ ਪ੍ਰਨਾਉਨ ਜਿਹੜਾ ਕਿ ਇਨੈਨੀਮੇਟ ਆਬਜੈਕਟ ਹੈ ਉਹ ਯੂਜ਼ ਕਰ ਰਿਹਾ ਜਾਂ ਆਪਾਂ ਨੂੰ ਸ਼ੋ ਕਰ ਰਿਹਾ ਮੈਸਕੂਲਿਨ ਜਾਂ ਫੈਮਿਲੀਨ ਕਰੈਕਟਰ ਨੂੰ ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿ ਲੈਂਦੇ ਆ ਬਰੇਵਰੀ ਹੈ ਬਰੇਵਰੀ ਕਾਹਦੇ ਵਿੱਚ ਆ ਜਾਂਦੀ ਹੈ ਇੱਕ ਮੈਸਕੂਲਿਨ ਕਰੈਕਟਰ ਹੈ ਅਗੇਨ ਆਪਣੇ ਕੋਲੇ ਮਦਰਹੁੱਡ ਹੈ ਲਵ ਹੈ ਇਹ ਕਿਹਦੇ ਵਿੱਚ ਆ ਜਾਂਦਾ ਫੈਮਿਲੀ ਕਰੈਕਟਰ ਦੇ ਵਿੱਚ ਆ ਜਾਂਦਾ ਜੇ ਕੋਈ ਇਨੈਨੀਮੇਟ ਆਬਜੈਕਟ ਮੈਸਕੂਲਿਨ ਜਾਂ ਫੈਮਿਲੀਨ ਕਰੈਕਟਰ ਨੂੰ ਸ਼ੋ ਕਰ ਰਿਹਾ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਜੈਂਡਰ ਸਪੈਸੀਫਿਕ ਪ੍ਰਨਾਉਂਸ ਦਾ ਯੂਜ਼ ਕਰੋਗੇ ਜੈਂਡਰ ਸਪੈਸੀਫਿਕ ਪ੍ਰਨਾਉਨ ਦੈਟ ਆਰ she she he ਹਾਂਜੀ ਤਾਂ ਹੁਣ ਆਪਾਂ she ਤੇ he ਹੈ ਜਿਹੜਾ ਯੂਜ਼ ਕਰਦੇ ਹਾਂ ਜੈਂਡਰ ਸਪੈਸੀਫਿਕ ਪ੍ਰੋਨਾਉਂਸ ਦੇ ਲਈ ਜੈਂਡਰ ਦਾ ਮਤਲਬ ਕਿਵੇਂ ਤਾਂ ਹੁਣ he ਦਾ ਯੂਜ਼ ਆਪਾਂ ਬੇਸਿਕਲੀ ਯੂਜ਼ ਕਰਦੇ ਜਦੋਂ ਆਪਣੇ ਕੋਲ ਮੇਲ ਦੀ ਗੱਲ ਹੋ ਰਹੀ ਹੋਵੇ ਤੇ she ਦਾ ਯੂਜ਼ ਕਿੱਥੇ ਕੀਤਾ ਜਾਂਦਾ ਜਦੋਂ ਆਪਾਂ ਫੀਮੇਲ ਦੀ ਗੱਲ ਕਰਦੇ ਹਾਂ ਦੈਟ ਇਜ਼ ਇਹ he ਨੇ ਆਪਣੇ ਕੋਲ ਦੋਨੋਂ ਜੈਂਡਰ ਸਪੈਸੀਫਿਕ ਪ੍ਰੋਨਾਉਨ ਨੇ ਜਦੋਂ ਆਪਾਂ he ਦਾ ਯੂਜ਼ ਕਰ ਲਿਆ ਇੱਥੋਂ ਪਤਾ ਲੱਗ ਜਾਂਦਾ ਕਿ ਉਹ ਮੇਲ ਕੈਟਾਗਰੀ ਦੇ ਕਿਸੇ ਪਰਸਨ ਦੀ ਗੱਲ ਕਰ ਰਿਹਾ ਹੈ ਜਦੋਂ ਆਪਾਂ she ਵਰਡ ਯੂਜ਼ ਕਰ ਲੈਣਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਫੀਮੇਲ ਕੈਟਾਗਰੀ ਦੇ ਕਿਸੇ ਪਰਸਨ ਦੀ ਗੱਲ ਹੈ ਜਿਹੜੀ ਇੱਥੇ ਹੋ ਰਹੀ ਹੈ ਹੁਣ ਤਾਂ ਆਪਣੇ ਕੋਲੇ ਅੱਗੇ ਇਨੈਨੀਮੇਟ ਆਬਜੈਕਟ ਦੇ ਨਾਲ ਆਪਾਂ ਜੈਂਡਰ ਸਪੈਸੀਫਿਕ ਪ੍ਰੋਨਾਉਨ ਦਾ ਯੂਜ਼ ਕਰ ਸਕਦੇ ਹਾਂ ਬਟ ਕੇਸ ਕੀ ਹੋਣਾ ਚਾਹੀਦਾ ਆਪਣੇ ਕੋਲੇ ਉਹ ਮੈਸਕੂਲਿਨ ਜਾਂ ਫਿਰ ਫੈਮਿਨਿਨ ਕੈਰੈਕਟਰਿਸਟਿਕ ਹੈ ਜਿਹੜੇ ਉਹ ਸ਼ੋ ਕਰਦਾ ਹੋਣਾ ਚਾਹੀਦਾ ਐਕਸਪ੍ਰੈਸ ਕਰ ਰਿਹਾ ਚਾਹੀਦਾ ਫॉर एग्जांपल ਆਪਣੇ ਕੋਲ ਇੱਕ ਐਗਜ਼ਾਮਪਲ ਹੈ ਨੀਚੇ ਚੈੱਕ ਕਰੋ the sea screeched with all his might ਹੁਣ ਆਹ ਦੇਖੋ ਸੀ ਵਰਡ ਯੂਜ਼ ਕੀਤਾ ਹੋਇਆ ਸੀ ਦਾ ਮਤਲਬ ਕੀ ਹੁੰਦਾ ਹੈ ਸਮੁੰਦਰ ਅਗੇਨ ਕੀ ਇੱਕ ਇਨੈਨੀਮੇਟ ਆਬਜੈਕਟ ਹੈ ਦੈਟ ਇਜ਼ ਨਾਨ ਲਿਵਿੰਗ ਆਪਾਂ ਕਹਿ ਸਕਦੇ ਹਾਂ ਹੁਣ ਸੀ ਹੈ ਜਿਹੜਾ ਨਾਨ ਲਿਵਿੰਗ ਹੈ ਕਿਸੇ ਨੇ ਸਾਹ ਲੈਂਦੇ ਦੇਖਿਆ ਸੀ ਨੂੰ ਨਹੀਂ ਤਾਂ ਇਹ ਕੀ ਆ ਗਿਆ ਆਪਣੇ ਕੋਲੇ ਨਾਲ ਵੀ ਕੈਟਾਗਰੀ ਦੇ ਵਿੱਚ ਆ ਗਿਆ ਸਕਰੀਟ ਦਾ ਮਤਲਬ ਕੀ ਹੁੰਦਾ ਕੋਈ ਆਵਾਜ਼ ਕਰਨਾ ਕੋਈ ਤਿੱਖੀ ਜਿਹੀ ਆਵਾਜ਼ ਕਰਨਾ ਹੁਣ ਫੋਰ ਐਗਜ਼ਾਮਪਲ ਆਪਣੇ ਜਦੋਂ ਸਮੁੰਦਰ ਵਗੈਰਾ ਦੇ ਕਿਨਾਰੇ ਕਦੇ ਗਏ ਹੋ ਤਾਂ ਤੁਸੀਂ ਦੇਖਿਆ ਹੋਊਗਾ ਉਹਦੀ ਇੱਕ ਆਵਾਜ਼ ਆਉਂਦੀ ਹੈ ਤਾਂ ਹੁਣ ਅਸਲ ਦੇ ਵਿੱਚ ਆਵਾਜ਼ ਕੌਣ ਕਰਦਾ ਹੁੰਦਾ ਹੈ ਕੋਈ ਪਰਸਨ ਦੀ ਐਟਰੀਬਿਊਟ ਹੈ ਕੋਈ ਪਰਸਨ ਹੀ ਹੈ ਜਿਹੜਾ ਰੌਲਾ ਵਗੈਰਾ ਪਾਉਂਦਾ ਹੈ ਜਾਂ ਆਪਾਂ ਸਿੰਪਲ ਕਹਿ ਸਕਦੇ ਹਾਂ ਹੁਣ ਸੀ ਦੇ ਲਈ ਯੂਜ਼ ਕੀਤਾ ਆਪਾਂ ਸੀ ਸਕਰੀਸਡ ਵਿਦ ਆਲ ਹਿਜ਼ ਮਾਈਟ ਹੁਣ ਅੱਗੇ ਵਰਡ ਯੂਜ਼ ਕੀਤਾ ਜਿਹੜਾ ਆਪਾਂ ਹਿਜ਼ ਦਾ ਹੁਣ ਹਿਜ਼ ਦਾ ਯੂਜ਼ ਕਿਉਂ ਹੋਇਆ ਤੇ ਇਟਸ ਕਿਉਂ ਨਹੀਂ ਕਿਹਾ why we haven't used the word its ਹੁਣ ਇਟਸ ਦਾ ਯੂਜ਼ ਕਿਉਂ ਨਹੀਂ ਕੀਤਾ ਜਦੋਂ ਕਿ ਸੀ ਦਾ ਆਪਣੇ ਕੋਲ ਨਾਨ ਲਿਵਿੰਗ ਸੀ ਤੇ ਆਪਾਂ ਦੇਖਿਆ ਕਿ ਇਟ ਦਾ ਯੂਜ਼ ਕੀਤਾ ਜਾਂਦਾ ਨਾਨ ਲਿਵਿੰਗ ਦੇ ਨਾਲ ਇੱਥੇ ਆਪਾਂ ਯੂਜ਼ ਕੀਤਾ ਹਿਸ ਦਾ ਤਾਂ ਇੱਥੇ ਆ ਗਿਆ ਆਪਣੇ ਕੋਲੇ ਉੱਪਰ ਵਾਲੀ ਡੈਫੀਨੇਸ਼ਨ ਜਿਹੜੀ ਆਪਾਂ ਹੁਣ ਡਿਸਕਸ ਕੀਤੀ ਹੈ ਕਿ ਜਦੋਂ ਇਨੈਨੀਮੇਟ ਆਬਜੈਕਟ ਮੈਸਕੂਲਿਨ ਜਾਂ ਫਿਰ ਫੈਮਿਨਿਨ ਕੈਰੈਕਟਰਿਸਟਿਕਸ ਨੂੰ ਸ਼ੋ ਕਰਦੇ ਹੋਣ ਤਾਂ ਤੁਸੀਂ ਉਹਨਾਂ ਦੇ ਨਾਲ ਕੀ ਯੂਜ਼ ਕਰਨਾ ਹੁੰਦਾ ਹੈ ਜੈਂਡਰ ਸਪੈਸੀਫਿਕ ਪ੍ਰਨਾਉਨ ਤਾਂ ਆਪਾਂ ਇੱਥੇ ਯੂਜ਼ ਕੀਤਾ ਹਿਸ ਦਾ ਬਿਕੋਜ਼ ਇੱਥੇ ਆਪਣੇ ਕੋਲੇ ਯੂਜ਼ ਕੀਤਾ ਹੋਇਆ ਇੱਕ ਮੈਸਕੂਲਿਨ ਕਰੈਕਟਰ ਦੈਟ ਇਜ਼ ਮਾਈਟ ਮਾਈਟ ਦਾ ਮਤਲਬ ਕੀ ਹੁੰਦਾ ਹੈ ਜੀ ਤਾਕਤ ਹੁਣ ਤਾਕਤ ਹੈ ਜਿਹੜੀ ਬੇਸਿਕਲੀ ਤਾਕਤ ਨੂੰ ਲਿਆ ਜਾਂਦਾ ਹੈ ਮੈਸਕੂਲਿਨ ਕੈਰੈਕਟਰਿਸਟਿਕ ਦੇ ਵਿੱਚ ਬਰੇਵਰੀ ਅਗੇਨ ਇੱਕ ਮੈਸਕੂਲਿਨ ਕੈਰੈਕਟਰਿਸਟਿਕ ਹੈ ਤਾਂ ਜਦੋਂ ਆਪਣੇ ਕੋਲੇ ਮੈਸਕੂਲਿਨ ਕੈਰੈਕਟਰਿਸਟਿਕ ਆ ਜਾਂਦੀ ਹੈ ਤਾਂ ਫਿਰ ਆਪਾਂ ਮੈਸਕੂਲਿਨ ਵਰਡ ਜਾਂ ਜਿਹੜਾ ਮੈਸਕੂਲਿਨ ਪ੍ਰਨਾਉਨ ਹੈ ਜਿਹੜਾ ਇੱਥੇ ਯੂਜ਼ ਕਰਾਂਗੇ ਉਹ ਆਪਾਂ ਕੀਤਾ ਜੀ ਹਿਸ ਦਾ ਇਟਸ ਦਾ ਯੂਜ਼ ਇੱਥੇ ਨਹੀਂ ਹੋਇਆ ਬਿਕੋਜ਼ ਮੈਸਕੂਲਿਨ ਕੈਰੈਕਟਰਿਸਟਿਕ ਸ਼ੋ ਕੀਤੀ ਸੀ ਸੀ ਨੇ ਸੀ ਇੱਕ ਨਾਨ ਲਿਵਿੰਗ ਹੈ ਤੇ ਨਾਨ ਲਿਵਿੰਗ ਦੁਆਰਾ ਸ਼ੋ ਕੀਤੀ ਗਈ ਹੈ ਕਿ ਉਹ ਮੈਸਕੂਲਿਨ ਕੈਰੈਕਟਰਿਸਟਿਕ ਸੋ ਵੀ ਹੈਵ ਯੂਜ਼ਡ ਦ ਵਰਡ ਹਿਸ in place of its ਦਾ use ਨਾ ਕਰਕੇ ਆਪਾਂ his ਦਾ use ਜਿਹੜਾ ਇੱਥੇ ਕੀਤਾ ਹਾਂਜੀ ਤਾਂ ਕੁਝ ਕੁ ਫੈਮਿਲੀਨ ਤੇ ਮੈਸਕੂਲਿਨ ਕੈਰੈਕਟਰਿਸਟਿਕਸ ਤੁਹਾਨੂੰ ਸ਼ੋ ਕੀਤੀਆਂ ਹੋਈਆਂ ਐਸ ਬਰਡ ਮੈਸਕੂਲਿਨ ਦੇ ਵਿੱਚ ਆਪਣੇ ਕੋਲ ਆ ਜਾਂਦਾ ਫਰੀ ਹੋ ਗਿਆ ਬਰੇਵਰੀ ਹੋ ਗਿਆ ਤਾਂ ਹੁਣ ਫਰੀ ਕੀ ਹੈ ਗੁੱਸਾ ਫਰੀ ਦਾ ਮੀਨਿੰਗ ਕੀ ਹੁੰਦਾ ਹੈ ਗੁੱਸਾ ਹੁਣ ਗੁੱਸਾ ਕੀ ਦੀ ਐਟਰੀਬਿਊਟ ਦੇ ਵਿੱਚ ਲਿਆ ਜਾਂਦਾ ਉਹ ਲਿਆ ਜਾਂਦਾ ਤੇ ਮੈਸਕੂਲਿਨ ਕੈਰੈਕਟਰਿਸਟਿਕ ਦੇ ਵਿੱਚ ਮੇਲ ਦੀ ਕੈਰੈਕਟਰਿਸਟਿਕ ਹੈ ਬਰੇਵਰੀ ਅਗੇਨ ਬਰੇਵਰੀ ਦਾ ਮੀਨਿੰਗ ਹੁੰਦਾ ਹੈ ਬਹਾਦਰੀ ਹੁਣ ਬਹਾਦਰੀ ਨੂੰ ਵੀ ਕਿਹਦੇ ਵਿੱਚ ਲਿਆ ਜਾਂਦਾ ਹੈ ਮੈਸਕੂਲਿਨ ਕੈਰੈਕਟਰਿਸਟਿਕ ਦੇ ਵਿੱਚ ਆਪਾਂ ਜਿਹੜਾ ਡਿਸਕਸ ਕਰਦੇ ਹਾਂ ਅਗੇਨ ਇਸ ਤੋਂ ਇਲਾਵਾ ਇੱਕ ਵਰਡ ਦੇਖਦੇ ਨੇ ਟਫਨੈਸ ਹੁਣ ਟਫਨੈਸ ਅਗੇਨ ਕੀ ਹੈ ਕੋਈ ਪਰਸਨ ਜਿਹੜਾ ਰੁੱਖਾ ਜਿਹਾ ਕਹਿ ਲਓ ਜਾਂ ਬਾਹਲਾ ਜ਼ਿਆਦਾ ਕਠੋਰ ਜਿਹਾ ਹੋਵੇ ਤਾਂ ਇਹ ਵੀ ਕੀ ਹੈ ਆਪਣੇ ਕੋਲੇ ਮੈਸਕੂਲਿਨ ਕੈਰੈਕਟਰਿਸਟਿਕ ਹੈ ਟਫਨੈਸ ਤਾਂ ਹੁਣ ਇਹ ਜਿਹੇ ਜੇ ਕੈਰੈਕਟਰਿਸਟਿਕ ਲਿਖਣ ਤਾਂ ਹੁਣ ਇਹ ਸਾਰੇ ਮੈਸਕੂਲਿਨ ਨੇ ਤੇ ਇਹਨਾਂ ਦੇ ਨਾਲ ਆਪਣੇ ਕੋਲੇ ਕੋਈ ਨਾਨ ਲਿਵਿੰਗ ਵਰਡ ਆ ਜਾਏ ਤੇ ਨਾਨ ਲਿਵਿੰਗ ਹੈ ਜਿਹੜਾ ਇਹਨਾਂ ਐਟਰੀਬਿਊਟਸ ਨੂੰ ਸ਼ੋ ਕਰਦਾ ਹੋਵੇ ਤਾਂ ਤੁਸੀਂ ਕੀ ਯੂਜ਼ ਕਰੋਗੇ ਜੈਂਡਰ ਸਪੈਸੀਫਿਕ ਪ੍ਰਨਾਉਨ ਦੈਟ ਇਜ਼ ਹੀ ਦਾ ਯੂਜ਼ ਕਰੋਗੇ ਹਿਸ ਦਾ ਯੂਜ਼ ਕਰੋਗੇ ਜਾਂ ਹਿਮ ਵਰਡ ਹੈ ਜਿਹੜਾ ਆਪਣਾ ਇੱਥੇ ਯੂਜ਼ ਹੋ ਜਾਊਗਾ ਇਨਐਨੀਮੇਟਡ ਆਬਜੈਕਟਸ ਨਾਲ ਨਿਰਜੀਵ ਚੀਜ਼ਾਂ ਦੇ ਨਾਲ ਅਗੇਨ ਆਪਣੇ ਕੋਲ ਕੁਝ ਫੈਮਿਨਿਨ ਕੈਰੈਕਟਰਿਸਟਿਕ ਲਿਖੇ ਹੋਈਆਂ ਫੈਮਿਨਿਨ ਕੈਰੈਕਟਰਿਸਟਿਕ ਦੇ ਵਿੱਚ ਜਿਵੇਂ ਆਪਣੇ ਕੋਲ ਬਿਊਟੀ ਆ ਗਿਆ ਬਿਊਟੀ ਵਰਡ ਦਾ ਮੀਨਿੰਗ ਹੁੰਦਾ ਸੁੰਦਰਤਾ ਹੁਣ ਸੁੰਦਰਤਾ ਨੂੰ ਲਿਆ ਜਾਂਦਾ ਫੈਮਿਨਿਨ ਕੈਰੈਕਟਰਿਸਟਿਕ ਦੇ ਵਿੱਚ ਮਦਰਹੁੱਡ ਬੇਸਿਕਲੀ ਮਦਰਹੁੱਡ ਦਾ ਮੀਨਿੰਗ ਆਪਾਂ ਦੇਖਦੇ ਨੇ ਮਮਤਾ ਤਾਂ ਮਮਤਾ ਕੀ ਅਗੇਨ ਕਿ ਮਾਂ ਦੀ ਆਪਾਂ ਕਹਿ ਲਓ ਕੈਰੈਕਟਰਿਸਟਿਕ ਹੈ ਮਾਂ ਕੀ ਆ ਗਈ ਆਪਣੇ ਕੋਲ ਫੈਮਿਨਿਨ ਕੈਰੈਕਟਰ ਦੇ ਵਿੱਚ ਆਉਂਦੀ ਹੈ ਸੋ ਫੈਮਿਨਿਨ ਕੈਰੈਕਟਰਿਸਟਿਕ ਸ਼ੋ ਹੋ ਰਹੀ ਹੈ ਤਾਂ ਤੁਸੀਂ ਯੂਜ਼ ਕਰਦੇ ਹੋ ਵਰਡ ਸ਼ੀ
ਜਾਂ ਫਿਰ ਆਪਾਂ ਕਹਿ ਲਓ ਹਰ ਔਰ ਬਸ ਆਪਣੇ ਜਿਹੜੇ 6 ਵਰਡ ਜਾਂ ਫਿਰ ਹਰ ਆ ਜਿਹੜਾ ਯੂਜ਼ ਹੋ ਜਾਂਦਾ ਹੈ ਫॉर ਫੈਮਿਨਿਨ ਕੈਰੈਕਟਰ ਤੇ ਜੇ ਕੋਈ ਇਨੈਨਿਮੇਟ ਆਬਜੈਕਟ ਮੈਸਕੂਲਿਨ ਕੈਰੈਕਟਰਿਸਟਿਕ ਸ਼ੋ ਕਰ ਰਹੀ ਹੈ ਤਾਂ ਤੁਸੀਂ ਮੈਸਕੂਲਿਨ ਜੈਂਡਰ ਸਪੈਸੀਫਿਕ ਪ੍ਰੋਨਾਉਨ ਹੈ ਜਿਹੜਾ ਯੂਜ਼ ਕਰੋਗੇ ਬਟ ਜੇ ਤੁਹਾਡੇ ਕੋਲ ਕੋਈ ਇਨੈਨਿਮੇਟ ਆਬਜੈਕਟ ਫੈਮਿਨਿਨ ਕੈਰੈਕਟਰਿਸਟਿਕ ਸ਼ੋ ਕਰ ਰਹੀ ਹੈ ਤਾਂ ਤੁਸੀਂ ਫੈਮਿਨਿਨ ਜਿਹੜਾ ਜੈਂਡਰ ਸਪੈਸੀਫਿਕ ਪ੍ਰੋਨਾਉਨ ਹੋਊਗਾ ਉਹ ਯੂਜ਼ ਕਰੋਗੇ ਜਦ ਤੇ ਸ਼ੀ ਤੇ ਮੈਸਕੂਲਿਨ ਦੇ ਕੇਸ ਵਿੱਚ ਆਪਣੇ ਕੋਲ ਆ ਜਾਏਗਾ ਹੀ ਦਾ ਆਈ ਥਿੰਕ ਤੁਹਾਡੇ ਜਿਹੜਾ ਕੰਸੈਪਟ ਆ ਉਹ ਕਲੀਅਰ ਹੋ ਗਿਆ ਹੋਗੀ ਤਾਂ ਇੱਕ ਆਪਾਂ ਇੱਕ ਸੈਂਟੈਂਸ ਬਣਾਵਾਂਗੇ वैसे देखो हाँ जी अपने के लिए सेंटेंस भी है a lioness becomes very ਸਾਰੇ ferocious word यूज करोगे ਤੁਸੀਂ ਕਿਉਂਕਿ furious ਹੈ ਜਿਹੜਾ ਉਹ ਇੱਕ ਮੇਲ ਦੀ ਕੈਰੈਕਟਰਿਸਟਿਕ ਦੇ ਵਿੱਚ ਆ ਜਾਂਦਾ ਹੈ ferocious if it or she finds her or its cubs in range हाँ जी ਹੁਣ ਤੁਹਾਡੇ ਕੋਲ ਇੱਕ ਸੈਂਟੈਂਸ ਹੈ ਕੀ ਸੈਂਟੈਂਸ ਹੈ ਕਿ ਜਿਹੜੀ ਲਾਇਨਸ ਹੈ ਉਹ ਕਹਿੰਦੇ ਗ੍ਰੇਸੀਅਸ ਹੋ ਜਾਂਦੀ ਹੈ ਗ੍ਰੇਸੀਅਸ ਦਾ ਮੀਨਿੰਗ ਹੁੰਦਾ ਹੈ ਜੀ ਜਦੋਂ ਹਿੰਸਾ ਦੇ ਵਿੱਚ ਆ ਜਾਏ ਹਿੰਸਕ ਗ੍ਰੇਸੀਅਸ ਦਾ ਮੀਨਿੰਗ ਹੁੰਦਾ ਹੈ ਹਿੰਸਕ ਫॉर एग्जांपल ਜਦੋਂ ਆਪਣੇ ਕੋਲੇ ਕੋਈ ਮਾਂ ਹੈ ਆਪਣੇ ਬੱਚੇ ਨੂੰ ਕੋਈ ਮੁਸੀਬਤ 'ਚ ਦੇਖਦੀ ਹੈ ਜਾਂ ਫਿਰ ਕਹਿ ਲਓ ਕਿ ਕੋਈ ਉਹਦੇ ਤੇ ਅਟੈਕ ਕਰ ਰਿਹਾ ਉਹਨੂੰ ਦਿਖਦਾ ਤਾਂ ਉਹ ਕੀ ਹੋ ਜਾਂਦੀ ਹੈ ਉਹ ਆਪ ਹੀ ਹਿੰਸਕ ਹੋ ਜਾਂਦੀ ਹੈ ਨਾ ਤਾਂ ਆਪ ਉਹਦੇ ਉੱਤੇ ਹਮਲਾ ਕਰਦੀ ਹੈ ਤਾਂ ਸੇਮ ਹੀ ਆਪਣੇ ਕੋਲੇ ਲਾਇਨਸ ਦੀ ਕੈਟੇਗਰੀ ਹੈ ਤਾਂ ਲਾਇਨਸ ਕੀ ਹੈ ਆਪਾਂ ਸ਼ੇਰਨੀ ਵਾਸਤੇ ਵਰਡ ਯੂਜ਼ ਕਰਦੇ ਹਾਂ और लाइनस becomes very ferocious मतलब हिंसक if it or she finds her or its cubs in danger ਹੁਣ ਤੁਸੀਂ it ਜਾਂ she ਦੇ ਵਿੱਚੋਂ ਕਿਹੜਾ ਵਰਡ ਯੂਜ਼ ਕਰੋਗੇ ਜਾਂ her or its ਦੇ ਵਿੱਚੋਂ ਕਿਹੜਾ ਵਰਡ ਤਾਂ ਹੁਣ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਕਿ ਮਾਂ ਦੀ ਗੱਲ ਕੀਤੀ ਜਾ ਰਹੀ ਹੈ ਲਾਇਨਸ ਹੈ ਜਿਹੜੀ ਇੱਥੇ ਮਾਂ ਹੈ ਤੇ ਉਹਦੇ ਕਬਸ ਹੈ ਜਿਹੜੇ ਉਹਦੇ ਬੱਚੇ ਆ ਗਏ ਹੁਣ ਕਬਸ ਤੇ ਲਾਇਨਸ ਦੀ ਗੱਲ ਹੋ ਰਹੀ ਹੈ ਇਟ ਮੀਨਸ ਇੱਥੇ ਆ ਗਿਆ ਆਪਣੇ ਕੋਲੇ ਫੈਮਿਨਿਨ ਕੈਰੈਕਟਰਿਸਟਿਕ ਫੈਮਿਨਿਨ ਕੈਰੈਕਟਰਿਸਟਿਕ ਕਾਹਦੇ ਵਾਸਤੇ ਯੂਜ਼ ਕੀਤੀ ਹੈ ਆਪਾਂ ਯੂਜ਼ ਕੀਤੀ ਹੈ ਇਹ ਐਨੀਮਲ ਦੇ ਲਈ ਤਾਂ ਹੁਣ ਆਪਾਂ ਬੇਸਿਕਲੀ ਐਨੀਮਲ ਦੇ ਲਈ ਯੂਜ਼ ਕਰ ਦਿੰਦੇ ਹਾਂ ਵਰਡ ਇਟ ਦਾ ਜਦੋਂ ਆਪਣੇ ਕੋਲ ਇਹ ਹੋਵੇ ਸਿੰਪਲ ਐਨੀਮਲ ਦੀ ਗੱਲ ਬਟ ਜਦੋਂ ਇਹ ਫੈਮਿਨਿਨ ਕੈਰੈਕਟਰਿਸਟਿਕ ਸ਼ੋ ਕਰ ਰਹੀ ਹੈ ਤਾਂ ਤੁਸੀਂ ਇਟ ਦਾ ਯੂਜ਼ ਨਹੀਂ ਕਰਦੇ ਇਟਸ ਦਾ ਯੂਜ਼ ਨਹੀਂ ਕਰਦੇ ਤਾਂ ਤੁਸੀਂ ਯੂਜ਼ ਕਰਦੇ ਹੋ ਜੈਂਡਰ ਸਪੈਸੀਫਿਕ ਪ੍ਰੋਨਾਉਨ ਸ਼ੀ ਔਰ ਜਾਂ ਕਹਿ ਲਓ ਸਿੰਪਲ ਹਰ ਦਾ ਤਾਂ ਹੁਣ ਸ਼ੀ ਦਾ ਯੂਜ਼ ਹੋਊਗਾ ਜਾਂ ਫਿਰ ਹਰ ਦਾ ਹੋਊਗਾ ਕਿਉਂਕਿ ਆਪਾਂ ਕਹਿ ਰਹੇ ਹਾਂ ਫੈਮਿਨਿਨ ਕੈਰੈਕਟਰਿਸਟਿਕ ਡਿਸਕਸ ਕਰ ਰਹੇ ਹਾਂ ਹੁਣ ਲਾਇਨਸ ਹੈ ਜਿਹੜੀ ਫੈਮਿਨਿਨ ਆਪਣੇ ਕੋਲ ਫੈਮਿਨਿਨ ਕੈਟੇਗਰੀ ਚ ਆਉਂਦੀ ਹੈ ਅਗੇਨ ਆਪਣੇ ਕੋਲ ਸ਼ੋ ਕੀ ਕਰ ਰਹੀ ਹੈ ਇੱਕ ਫੈਮਿਨਿਨ ਕੈਰੈਕਟਰਿਸਟਿਕ ਮਾਂ ਹੈ ਜਿਹੜੀ ਕੀ ਕਰ ਰਹੀ ਹੈ ਜਦੋਂ ਉਹਦੇ ਬੱਚੇ ਆਪਣੇ ਕੋਲੇ ਮੁਸੀਬਤ ਦੇ ਵਿੱਚ ਹੋਣ ਤਾਂ ਉਹ ਆਪ ਹੈ ਜਿਹੜੀ ਅੱਗੇ ਹੋ ਜਾਂਦੀ ਹੈ ਅਗੇਨ ਆਪਣਾ ਕੀ ਹੈ ਜੋ ਮਮਤਾ ਵਾਲਾ ਕੇਸ ਤੁਸੀਂ ਕਹਿ ਸਕਦੇ ਹੋ ਤਾਂ ਹੁਣ ਆਪਣੇ ਕੋਲੇ ਲਾਇਨਸ ਹੈ ਅਗੇਨ ਮਮਤਾ ਦੀ ਗੱਲ ਕੀਤੀ ਜਾ ਰਹੀ ਹੈ ਸੋ ਲਾਇਨਸ ਨੇ ਕੀ ਸ਼ੋ ਕੀਤਾ ਇੱਕ ਫੈਮਿਨਿਨ ਕੈਰੈਕਟਰਿਸਟਿਕ ਸੋ ਇਹਦੇ ਵਾਸਤੇ ਤੁਸੀਂ ਇਟ ਵਰਡ ਯੂਜ਼ ਨਹੀਂ ਕਰੋਗੇ ਯੂਜ਼ ਕਰੋਗੇ ਤੁਸੀਂ feminine characteristic ਆਪਣੇ ਕੋਲ pronoun that is a she or ਆਪਣੇ ਕੋਲ finds ਤੋਂ ਬਾਅਦ ਅੱਗੇ ਦਿੱਤਾ ਹੋਇਆ word her or its again ਤੁਸੀਂ ਕੀ ਕਰ ਰਹੇ ਹੋ ਯੂਜ਼ ਕਰ ਰਹੇ ਹੋ for motherhood ਦੇ ਲਈ ਜਾਂ ਫਿਰ ਆਪਾਂ ਕਹ ਲਓ feminine characteristic ਯੂਜ਼ ਕੀਤੀ ਹੋਈ ਹੈ for animal ਤਾਂ ਤੁਸੀਂ ਯੂਜ਼ ਕਰੋਗੇ her ਦਾ its ਦਾ ਯੂਜ਼ ਇੱਥੇ ਨਹੀਂ ਹੋਏਗਾ ਸੋ ਆਪਣਾ ਸੈਂਟੈਂਸ ਹੈ ਜਿਹੜਾ ਇੱਥੋਂ ਪਤਾ ਲੱਗ ਗਿਆ ਹੋਏਗਾ ਤੁਹਾਨੂੰ ਕਿੰਨਾ ਜਿਹੜਾ ਆਪਾਂ she ਜਾਂ ਫਿਰ it ਦੇ ਵਿੱਚੋਂ ਜਾਂ ਫਿਰ her or its ਦੇ ਵਿੱਚੋਂ ਕਿਹੜੀ ਚੀਜ਼ ਪਿਕ ਕਰਨੀ ਹੈ ਉਹ ਤੁਹਾਡੀ ਡਿਪੈਂਡ ਕਰੇਗੀ ਕਿ ਯੂਜ਼ ਕੀਤੇ ਹੋਏ ਵਰਡ ਜਾਂ ਕੋਈ ਇਨੈਨੀਮੇਟ ਆਬਜੈਕਟ ਹੈ ਜਾਂ ਕੋਈ ਐਨੀਮਲ ਹੈ ਜਾਂ ਬੇਬੀ ਔਰ ਇਨਫੈਂਟ ਦੀ ਗੱਲ ਹੋ ਰਹੀ ਹੈ ਜਾਂ ਕੋਈ ਡਮੀ ਚੀਜ਼ ਹੈ ਜਦੋਂ ਉਹ ਯੂਜ਼ ਕੀਤੀ ਜਾ ਰਹੀ ਹੈ ਫॉर ਮੈਸਕੁਲਿਨ ਔਰ ਫੈਮਿਨਿਨ ਕੈਰੈਕਟਰਿਸਟਿਕ ਦੇ ਲਈ ਤੁਸੀਂ ਉੱਥੇ ਉਹਨਾਂ ਦੇ ਲਈ ਫੈਮਿਨਿਨ ਔਰ ਆਪਣੇ ਕੋਲ ਮੈਸਕੁਲਿਨ ਕੈਰੈਕਟਰਿਸਟਿਕ ਵਾਲੇ ਹੀ ਪ੍ਰੋਨਾਉਨ ਨੂੰ ਯੂਜ਼ ਕਰੋਗੇ ਜੈਂਡਰ ਸਪੈਸੀਫਿਕ ਪ੍ਰੋਨਾਉਂਸ ਦਾ ਯੂਜ਼ ਹੈ ਜਿਹੜਾ ਤੁਸੀਂ ਉੱਥੇ ਕਰਨਾ ਹੈ ਤਾਂ ਹੁਣ ਇੱਥੇ ਆਪਣੇ ਕੋਲ ਸੈਂਟੈਂਸ ਦੇ ਵਿੱਚ ਆਪਾਂ ਯੂਜ਼ ਕੀਤਾ ਹੈਗਾ ਲਾਇਨਸ ਬਿਕਮ ਵੈਰੀ ਫੈਰੋਸ਼ੀਅਸ ਇਫ ਸ਼ੀ ਫਾਈਂਡਸ ਹਰ ਕਬਸ ਇਨ ਅ ਡੇਂਜਰ ਸੋ ਇਹ ਸੀ ਆਪਣਾ ਅੱਜ ਦਾ ਪਹਿਲੇ ਟੌਪਿਕ ਲਾਸਟ ਟੌਪਿਕ ਸੀ ਤਾਂ ਆਈ ਹੋਪ ਤੁਹਾਨੂੰ ਜਿਹੜਾ ਕਨਸੈਪਟ ਪੂਰੇ ਚੰਗੇ ਤਰੀਕੇ ਨਾਲ ਸਮਝ ਆ ਗਏ ਹੋਣਗੇ ਪਰ ਨਾਉ ਦੀ ਅੱਜ ਦੀ ਫਰਸਟ ਕਲਾਸ ਹੈ ਤਾਂ ਅੱਗੇ ਆਪਾਂ 1 ਬਾਈ 1 ਜਿਹੜੇ ਅੱਗੇ ਨੈਕਸਟ ਜਿਹੜੇ ਟੌਪਿਕ ਨੇ ਉਹ ਡਿਸਕਸ ਕਰਾਂਗੇ ਸੋ ਆਈ ਹੋਪ ਤੁਸੀਂ ਇਹ ਜਿਹੜੇ ਕਲਾਸ ਹੈ ਪੂਰੀ ਚੰਗੇ ਤਰੀਕੇ ਨਾਲ ਅਟੈਂਡ ਕੀਤੀ ਹੋਏਗੀ ਤੇ ਤੁਹਾਨੂੰ ਕੋਈ ਡਾਊਟ ਨਹੀਂ ਰਿਹਾ ਹੋਣਾ ਔਰ ਜੇ ਵੀ ਤੁਹਾਡੇ ਕੋਲ ਕੋਈ ਡਾਊਟ ਹੋਇਆ ਜਾਂ ਤੁਹਾਨੂੰ ਕੋਈ ਚੀਜ਼ ਸਮਝ ਨਾ ਆਈ ਹੋਈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਹੈ ਜਿਹੜਾ ਉਹ ਰਾਈਟ ਕਰ ਦਿਓ ਤੁਹਾਨੂੰ ਜਿਹੜਾ